ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਦਾ ਪੁਆਇੰਟ ਵੀ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਪੰਜਾਬ ਵਿੱਚ ਕਾਨੂੰਨ ਦਾ ਰਾਜ ਹੈ, ਪੰਜਾਬ ਵਿੱਚ ਸਰਕਾਰ ਦਾ ਰਾਜ ਹੈ, ਪੰਜਾਬ ਵਿੱਚ ਸਿਆਸਤ ਦਾ ਰਾਜ ਹੈ ਜਾਂ ਪੰਜਾਬ ਵਿੱਚ ਸਿਆਸੀ ਡਰਾਮੇਬਾਜ਼ੀ ਹੋ ਰਹੀ ਹੈ। ਸਾਰੇ ਸਵਾਲ ਹੋਣੇ ਲਾਜ਼ਮੀ ਹੈ ਕਿਉਂਕਿ ਪੰਜਾਬ ਵਿੱਚ ਜਿਵੇਂ ਦੋ ਮੁੱਖ ਮੰਤਰੀ ਬਦਲੇ ਗਏ ਆ ਇੱਕ ਸਰਕਾਰ ਦੇ ਵਿੱਚ, ਤੇ ਇਸ 5 ਸਾਲ ਦੀ ਟੈਨਿਓਰ ਦੇ ਵਿੱਚ ਅਖੀਰ ਤੱਕ ਇਸ ਸਿਸਟਮ ਦੇ ਵਿੱਚ ਤਬਦੀਲੀਆਂ ਹੁੰਦੀਆਂ ਨਜ਼ਰ ਆ ਰਹੀਆਂ। ਏਜੀ ਬਦਲੇ ਗਏ ਆ ਤੇ ਡੀਜੀਪੀ ਬਦਲੇ ਗਏ। ਡੀਜੀਪੀ ਕਿੰਨੀ ਵਾਰੀ ਬਦਲੇ ਗਏ ਉਹ ਡਿਬੇਟ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਡੀਜੀਪੀ ਕਿੰਨੀ ਵਾਰੀ ਬਦਲੇ ਗਏ ਆ। ਡੀਜੀਪੀ ਨੂੰ ਰਾਤੋਂ ਰਾਤ ਬਦਲਿਆ ਗਿਆ, ਅੱਧੀ ਰਾਤ ਇਹ ਬਦਲਾਅ ਹੋਇਆ ਤੇ ਸਰਕਾਰ ਕੋਲੇ ਦਿਨ ਕਿੰਨੇ ਬਾਕੀ ਹੈਗੇ ਸਵਾਲ ਇਹ ਵੀ ਹੈਗਾ, ਤੇ ਕੇਸ ਕਿੰਨੇ ਬਾਕੀ ਹੈਗੇ ਸਵਾਲ ਇਹ ਵੀ ਹੈਗਾ, ਕਿਉਂਕਿ ਉਹਨਾਂ ਕੇਸਾਂ ਦੇ ਵਿਚਾਲੇ ਸਿਆਸਤ ਨੇ ਇਹ ਸਾਰਾ ਕੁਝ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਤੇ ਸੱਤਾ ਤਬਦੀਲੀ ਹੋਈ ਸੀ। ਉਸ ਤਬਦੀਲੀ ਤੋਂ ਬਾਅਦ ਸਿਸਟਮ ਦੇ ਵਿੱਚ ਲਗਾਤਾਰ ਤਬਦੀਲੀਆਂ ਜਾਰੀ ਹੈਗੀਆਂ। ਅਸੀਂ ਵੱਡਾ ਸਵਾਲ ਇੱਕੋ ਪੁੱਛਾਂਗੇ, ਨਵੇਂ ਡੀਜੀਪੀ ਦੀ ਕਿਹੜੀ ਡਿਊਟੀ? ਬਿਆਨਬਾਜ਼ੀਆਂ ਬਹੁਤ ਹੋ ਰਹੀਆਂ, ਪਹਿਲਾਂ ਬਿਆਨਬਾਜ਼ੀਆਂ ਸੁਣ ਲਈਏ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਮੁੱਖ ਵਿਰੋਧੀ ਧਿਰ ਹੈਗੀ ਹੈ ਤੇ ਵਿਰੋਧੀ ਧਿਰ ਅਕਾਲੀ ਦਲ ਹੈ ਉਹ ਲਗਾਤਾਰ ਇਲਜ਼ਾਮ ਲਗਾਉਂਦੇ ਰਹੇ ਆ ਤੇ ਹੁਣ ਇਹਨਾਂ ਇਲਜ਼ਾਮਾਂ ਦੇ ਵਿਚਾਲੇ ਇਹ ਨਵਾਂ ਐਕਸ਼ਨ ਪਲਾਨ ਕੀ ਹੈਗਾ, ਪਹਿਲਾਂ ਬਿਆਨ ਸੁਣ ਲਓ। ਚਟੋਪਾਧਿਆਏ ਸਾਹਿਬ ਵੀ ਉਹਨਾਂ ਦਾ ਜਿਹੜੀ ਬੜੀ ਦੇਰ ਇੰਨੀ ਚਿਰ ਸਰਵਿਸ ਕੀਤੀ ਔਰ ਉਹਨਾਂ ਦਾ ਵੀ ਰਾਈਟ ਬਣਦਾ ਸੀਗਾ ਜੋ ਸਰਕਾਰ ਨੇ, ਕਿਉਂਕਿ HOD ਜਿਹੜਾ ਚੀਫ ਮਿਨਿਸਟਰ ਦਾ ਪ੍ਰੈਰੋਗੇਟਿਵ ਹੁੰਦਾ, ਮਿਨਿਸਟਰ ਸਲਾਹ ਜ਼ਰੂਰ ਲਈ ਜਾਂਦੀ, ਬਾਕੀ ਜੋ ਚੀਫ ਮਿਨਿਸਟਰ ਸਾਹਿਬ ਨੇ ਕਰਨਾ ਉਹ ਕੀਤਾ ਔਰ ਮੇਰੇ ਖਿਆਲ ਜੋ ਡਿਸੀਜਨ ਲਿਆ ਠੀਕ ਲਿਆ ਗਿਆ। ਸਮੁੱਚੀ ਕਾਂਗਰਸ ਦਾ ਫੈਸਲਾ ਸੀ ਕਿ ਇਹਦੇ 'ਚ ਕਾਂਗਰਸ ਦਾ ਨਹੀਂ ਹੁੰਦਾ, ਇਹਦੇ 'ਚ ਸਰਕਾਰ ਦਾ ਫੈਸਲਾ। ਪਾਰਟੀ ਮੈਂ ਵੀ ਬਿਲਕੁਲ ਸਹਿਮਤ ਹੈ और जो डिपार्टमेंट को ठीक लगा उसे किया। दिखावा है। अब क्या टाइम कौन सा रह गया? पहली बात तो चट्टोपाध्याय साहब का नाम ही नहीं गया पैनल में, जो पैनल में नाम गए हैं, क्योंकि 5 अक्टूबर को ये पोस्ट जो है खाली हुई थी। रूल्स कहते हैं कि 6 महीने कम से कम 6 महीने के बाद जिनकी रिटायरमेंट है वो जा सकते हैं। उसको वो इस गाइडलाइन को वो पूरा नहीं करते। 31 मार्च को उनकी रिटायरमेंट है। पता नहीं 2-3 दिन बाद 2-3 होर बदले जाएंगे, डीजीपी नवे लगे जाएंगे। अफसर ने इन्हों मान लिया कि हुण सरकार डज नॉट एग्जिस्ट, क्योंकि आ चाहते हैं कि गलत काम कोई करने तैयार नहीं। सो सोचते कि मैं बदला के गलत काम करा लांगे, जिन्होंने नवे लाने हैं वो भी कहता मैं नहीं करना गलत काम। सो आ जी हुण सरकार है 10 दिन, मैं इन्ना कहना चाहना परमात्मा मेरे के साड़ी सरकार होगी। पिछले 3 महीने के सारे उन्होंने जिहड़े इनकुआयरी की जाऊगी जो हर फैसले की, क्योंकि इन्होंने 3 महीने इन्ने घपले किए इन्होंने, तो जिन्ने जिन्हें मैं अफसर सारों बेनती करना चाहना कोई ऐसा काम ना करो जो इलीगल होए। सरकार ने पंजाब का DGP कार्यकारी DGP जिहड़ा दलित भी आ जिहड़ा सिख भी आ श्री इकबालप्रीत सिंह सोपता जी ਨੂੰ ਬਦਲਣ ਦਾ ਫੈਸਲਾ ਲਿਆ। ਇਹ ਕਾਂਗਰਸ ਸਰਕਾਰ ਜਿਹੜੀ ਦਲਿਤ ਦਾ ਰੌਲਾ ਪਾ ਰਹੀ ਸੀ ਪਿਛਲੇ 70-80 ਦਿਨਾਂ ਤੋਂ ਅੱਜ ਪੂਰੀ ਤਰ੍ਹਾਂ ਨਾਲ ਬੇਨਕਾਬ ਹੋ ਗਈ ਹੈ। ਦਲਿਤ ਚਿਹਰੇ ਨੂੰ ਜਲੀਲ ਕੀਤਾ ਜਾ ਰਿਹਾ। ਇਹਦੇ ਲਈ ਮਾਨਯੋਗ ਜਿੱਥੇ ਸ਼੍ਰੀ ਨਵਜੋਤ ਸਿੰਘ ਸਿੱਧੂ ਸਾਹਿਬ ਪੰਜਾਬ ਕਾਂਗਰਸ ਦੇ ਪ੍ਰਧਾਨ ਜ਼ਿੰਮੇਵਾਰ ਹੈ, ਉੱਥੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਜੀ ਵੀ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਇੱਕ ਬਹੁਤ ਵੱਡੀ ਜਿਹੜੀ ਹਾਨੀ ਆ ਦਲਿਤ ਸਮਾਜ ਦੀ ਕਰਵਾਈ ਹੈ। ਬੜਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਣ ਜਾ ਰਹੇ ਹਾਂ, 5 ਸਾਲ ਪੂਰੇ ਕਰਨ ਜਾ ਰਹੀ ਪੰਜਾਬ ਸਰਕਾਰ ਦੇ ਸਿਸਟਮ ਵਿੱਚ ਤਬਦੀਲੀਆਂ ਦਾ ਟ੍ਰੈਂਡ ਕਿਉਂ ਹੈ ਤੇ ਇਹਦਾ ਟਾਰਗੇਟ ਕੀ ਹੈਗਾ। ਇਸ ਸਵਾਲ ਤੇ ਬਹਿਸ ਹੋਵੇਗੀ ਤੇ ਪੈਨਲ ਜਿਹੜਾ ਸਾਡੇ ਨਾਲ ਉਹਨਾਂ ਤੁਹਾਡਾ ਤਾਰਫ ਕਰਾਉਣੇ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਾਂਗੇ। ਨਵੇਂ DGP ਦੀ ਕਿਹੜੀ ਡਿਊਟੀ ਹੈ? ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਦੇ ਸਪੋਕਸਪਰਸਨ ਹੈ ਤੇ ਨੈਸ਼ਨਲ ਸਪੋਕਸਪਰਸਨ ਵਜੋਂ ਇਹਨਾਂ ਦੀ ਤਰੱਕੀ ਹੋਈ ਹੈ ਇੰਡੀਅਨ ਯੂਥ ਕਾਂਗਰਸ ਦੇ ਵਿੱਚ। ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ। ਰਵਿੰਦਰ ਸਿੰਘ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਰਵਿੰਦਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ। ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦਾ ਸਪੋਕਸਪਰਸਨ ਹੈ, ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਤਿੰਨੇ ਵਕੀਲ ਹੈ, ਆਦਿ ਦੀਆਂ ਪਾਰਟੀਆਂ ਦੀ ਕਿਸ ਤਰੀਕੇ ਨਾਲ ਇਹ ਪੈਰਵੀ ਕਰਦੇ ਆ ਉਹ ਦੇਖਣ ਯੋਗ ਹੋਵੇਗਾ। ਪ੍ਰਿਤਪਾਲ ਸਿੰਘ ਵਾਲੀਵਾਲ ਜਦੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਵਜੋਂ ਸਾਡੇ ਨਾਲ ਬਹਿੰਦੇ ਰਹੇ ਆ, ਹੁਣ ਪੰਜਾਬ ਲੋਕ ਕਾਂਗਰਸ ਦੇ ਚੀਫ ਸਪੋਕਸਪਰਸਨ ਹੈ। ਵਾਲੀਵਾਲ ਜੀ ਤੁਹਾਡੀ ਨਵੀਂ ਭੂਮਿਕਾ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਬਹੁਤ ਧੰਨਵਾਦ ਤੁਹਾਡਾ ਵੀ। ਧੰਨਵਾਦ ਜੀ। ਅਰਸ਼ਪ੍ਰੀਤ ਖੜਿਆਲ, ਤੁਸੀਂ ਖੁਦ ਕੋਰਟ ਕੇਸਾਂ ਵਿੱਚ ਉਲਝੇ ਰਹਿੰਦੇ ਹੋ ਤੇ ਸਰਕਾਰ ਵੀ ਕੋਰਟ ਕੇਸਾਂ ਵਿੱਚ ਉਲਝੀ ਹੋਈ ਹੈ, ਤੇ ਨਵੇਂ DGP ਨਾਲ ਕਿਹੜੇ ਕੇਸ ਹੱਲ ਕਰ ਲਓਗੇ, ਨਵੇਂ AG ਨਾਲ ਕਿਹੜੇ ਕੇਸ ਹੱਲ ਕਰ ਲਓਗੇ ਮਿਸਟਰ ਖੜਿਆਲ? ਨਹੀਂ ਦੇਖੋ ਜੀ, ਗੱਲ ਕੇਸ ਹੱਲ ਕਰ ਲਾਂਗੇ ਦੀ ਗੱਲ ਨਹੀਂ ਹੈ। ਗੱਲ ਇਹ ਹੈ ਕਿ somebody who has a meritorious background, somebody who has been delivering, he has to be given a chance। ਦੂਜੀ ਸੈਪਟੈਂਬਰ 30 ਨੂੰ ਜਿਹੜੇ 10 ਨਾਮ ਪੰਜਾਬ ਗਵਰਨਮੈਂਟ ਨੇ ਭੇਜੇ ਸੀਗੇ, ਉਹਦੇ ਵਿੱਚ ਜਿਹੜੇ ਨਾਮ ਸੀ they have to be shortlisted by the UPSC। ਇਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ।
ਤੇ ਸੈਕੰਡ ਆਫ ਆਲ ਇਮਾਨਦਾਰ ਨੇ, ਓਨੈਸਟ ਹੈ, ਬੇਦਾਗ ਛਵੀ ਹੈ। ਤੇ ਜਦੋਂ ਕੈਪਟਨ ਸਾਹਿਬ ਸੀਐਮ ਸੀਗੇ ਉਹਨਾਂ ਨੇ ਵੀ ਆਪਣਾ ਇਹ ਨੇਮ ਨੂੰ ਕੰਸੀਡਰ ਕੀਤਾ ਸੀ, ਲੇਕਿਨ ਹੀ ਵਾਸ ਸਾਈਡਲਾਈਨਡ ਆਲਦੋ ਹੀ ਵਾਸ ਅ ਸੀਨੀਅਰ। ਤੇ ਉਹ ਤੋਂ ਬਾਅਦ ਜਿਹੜੇ ਗੁਪਤਾ ਸਾਹਿਬ ਉਹਨਾਂ ਨੂੰ ਡੀਜੀਪੀ ਬਣਾ ਦਿੱਤਾ ਗਿਆ ਸੀਗਾ। ਸੋ ਦੇਰਫੋਰ ਉਹ ਕਹਿੰਦੇ ਹੈ ਕਿ ਦੇਰ ਹੈ ਦਰੁਸਤ ਹੈ। He is an honest man, he is a good officer and we hope कि वो deliver करनगे। ਮਿਸਟਰ ਸਹੋਤਾ ਹੋਨੈਸਟ ਨਹੀਂ ਸੀਗੇ? नहीं, honestly मैं क्या भी honest नहीं सीखे। He was also very honest, but the thing is कि officers आउंदे हैं, officers जाते हैं, तो it's just a gradual process। ਅੱਛਾ ਮਿਸਟਰ ਖੜਿਆਲ, ਸਵਾਲ ਕੱਲਾ ਡੀਜੀਪੀ ਬਦਲਣ ਤੱਕ ਨਹੀਂ ਹੈਗਾ, ਸਵਾਲ ਪੰਜਾਬ ਦੇ ਮਸਲਿਆਂ ਦਾ ਜਿਹੜੀ ਪੰਜਾਬ ਦੀ ਜਨਤਾ ਤੁਹਾਡੇ ਵੱਲ ਦੇਖਦੀ ਪਈ ਹੈ। ਇਹ ਜਿਹੜੇ ਆ ਨਵੇਂ ਤੁਸੀਂ ਡੀਜੀਪੀ ਸਾਹਿਬ ਲਾਏ ਆ, ਜਿਨ੍ਹਾਂ ਨੂੰ ਹੁਣ ਡਿਊਟੀ ਸੌਂਪੀ ਹੈ, ਇਹ ਉਹਨਾਂ ਕੇਸਾਂ ਦੇ ਵਿੱਚ ਕੀ ਭੂਮਿਕਾ ਅਦਾ ਕਰਨਗੇ? ਦਿਨ ਤਾਂ ਬਹੁਤ ਥੋੜੇ ਰਹਿ ਗਏ, ਜਾਂਦੀ ਹੈ ਸਰਕਾਰ। देखो भूमिका ਤਾਂ ਹੁਣ ਦੇਖੋ ਪਹਿਲੀ ਗੱਲ ਤਾਂ there's a separation of powers that we follow। executive ਹੈ, legislature ਹੈ, judiciary ਹੈ। executive ਨੇ ਆਪਦਾ ਕੰਮ ਕਰਨਾ, government ਨੇ ਆਪਦਾ ਕੰਮ ਕਰਨਾ। ਹੁਣ ਡੀਜੀਪੀ ਸਾਹਿਬ ਨੇ everything that falls under his jurisdiction ਉਹ ਕਰਨਗੇ। ਉਹ ਪੰਜਾਬ ਸਰਕਾਰ ਮੈਂ ਇੱਕ ਚੀਜ਼ ਦੱਸ ਦੇਣਾ, ਜਿਹੜੇ ਅਕਾਲੀ ਦਲ ਵਾਲੇ ਐਲੀਗੇਸ਼ਨਸ ਕੁਛ ਲਾ ਰਹੇ ਆ ਨਾ, ਇਹਨਾਂ ਦਾ ਕਸੂਰ ਨਹੀਂ, ਬਿਕੋਜ਼ ਸ਼ਾਇਦ ਇਹ ਇਸ ਤਰੀਕੇ ਨਾਲ ਗਵਰਨਮੈਂਟ ਨੂੰ ਚਲਾਉਂਦੇ ਸੀ, ਇਸ ਤਰੀਕੇ ਨਾਲ ਵੈਂਡੇਟਾ ਪੋਲਿਟਿਕਸ ਕਰਦੇ ਸੀ ਜੋ ਇਹਨਾਂ ਨੂੰ ਲੱਗਦਾ ਹਰੇਕ ਕਰਦਾ। ਮੈਂ ਦੱਸ ਦੇਣਾ ਚਾਹਣਾ ਹੈ ਕਿ ਗਿਆਨੀ ਜੈਲ ਸਿੰਘ ਖਿਲਾਫ ਇਹਨਾਂ ਨੇ ਇਹ ਆਪਣਾ ਕਨਸਪੀਰੇਸੀ ਰਚੀ ਸੀ, ਉਹਨਾਂ ਨੂੰ ਫਰੇਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਤਾਂ ਕਰਕੇ ਇਹਨਾਂ ਨੂੰ ਲੱਗਦਾ ਕਿ ਹਰੇਕ ਪਾਰਟੀ ਉਵੇਂ ਹੀ ਚੱਲਣ ਦੀ ਕੋਸ਼ਿਸ਼ ਕਰਦੀ ਹੈ। ਖੜਿਆਲ ਸਾਹਿਬ ਆਪਾਂ ਪੁਆਇੰਟ ਤੇ ਰਹੀਏ। ਠੀਕ ਕਹਿ ਰਹੇ ਹੋ ਤੁਸੀਂ, ਜਿਹੜੀ ਗੱਲ ਕਹਿ ਰਹੇ ਹੋ ਉਹ ਅਕਾਲੀ ਦਲ ਆਪੇ ਜਵਾਬ ਦੇ ਦੂਗਾ। ਜਿਹੜੀ ਚਿੱਠੀ ਲੀਕ ਹੋਈ ਹੈ ਅੱਧਾ ਹਿੱਸਾ, ਉਹ ਚਿੱਠੀ ਲੀਕ ਤੇ ਜਿਹੜੇ ਛੁੱਟੀ ਤੇ ਗਏ ਅਫਸਰ, ਉਹਦਾ ਕੋਈ ਕਨੈਕਸ਼ਨ ਤਾਂ ਨਹੀਂ ਹੈਗਾ ਸਰ ਇਸ ਨਵੀਂ ਨਿਯੁਕਤੀ ਨਾਲ, ਨਵੇਂ ਕਾਰਜਭਾਰ ਨਾਲ ਮਿਸਟਰ ਖੜਿਆਲ? ਨਹੀਂ ਕੋਈ ਕਨੈਕਸ਼ਨ। ਅੱਛਾ ਚਲੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ, ਬਾਕੀ ਮਹਿਮਾਨਾਂ ਕੋਲ ਜਾਵਾਂਗੇ। ਪਹਿਲਾਂ ਸਰਕਾਰ ਦਾ ਪੱਖ ਕੀ ਹੈ, ਪਾਰਟੀ ਦਾ ਪੱਖ ਕੀ ਹੈ, ਉਹ ਅਸੀਂ ਪੱਖ ਲੈ ਲਿਆ। ਹੁਣ ਇਸ ਤੋਂ ਬਾਅਦ ਸਵਾਲ ਹੋਣਗੇ ਨਵੇਂ ਡੀਜੀਪੀ ਦੀ ਕਿਹੜੀ ਡਿਊਟੀ ਹੈ। ਕੋਈ ਅਕਾਲੀ ਦਲ ਵਾਰ-ਵਾਰ ਇਲਜ਼ਾਮ ਲਾ ਰਿਹਾ ਕਿ ਸਾਡੇ ਲੀਡਰ ਨੂੰ ਇਹਨਾਂ ਨੇ ਅੰਦਰ ਕਰਨਾ, ਝੂਠਾ ਕੇਸ ਪਾਉਣਾ, ਇਹ ਵਾਰ-ਵਾਰ ਕਹਿੰਦੇ ਪਏ ਆ। ਇਹਨਾਂ ਦੀ ਕੋਈ ਸਟ੍ਰੈਟਜੀ ਤਾਂ ਨਹੀਂ ਹੈਗੀ? ਕਿ ਵਾਪਸ ਆ ਰਹੇ 5 ਸਾਲ ਪੂਰੇ ਕਰਨ ਜਾ ਰਹੀ ਪੰਜਾਬ ਸਰਕਾਰ ਦੇ ਸਿਸਟਮ 'ਚ ਤਬਦੀਲੀਆਂ ਦਾ ਟ੍ਰੈਂਡ ਕਿਉਂ? ਬਲੀਵਾਲ ਸਾਹਿਬ, ਮੈਂ ਬਾਕੀ ਪਾਰਟੀਆਂ ਕੋਲ ਪਹਿਲਾਂ ਜਾਊਂਗਾ, ਤੁਹਾਡੀ ਭੂਮਿਕਾ ਜ਼ਿਆਦਾ ਵੱਡੀ ਹੈ ਕਿਉਂਕਿ ਤੁਸੀਂ ਉਸ ਵੇਲੇ ਸਰਕਾਰ ਦੇ ਨਾਲ ਰਹੇ ਹੋ, ਪੰਜਾਬ ਕਾਂਗਰਸ ਦੇ ਬੁਲਾਰੇ ਰਹੇ ਹੋ। ਬਲੀਵਾਲ ਸਾਹਿਬ, ਕਿੰਨੇ ਡੀਜੀਪੀ ਬਦਲਤੇ ਸਰ ਤੁਸੀਂ, ਤੇ ਇਹਨਾਂ ਨੇ ਜਿਹੜੇ ਨਵੇਂ ਲਾਏ ਉਹਨਾਂ ਬਾਰੇ ਪਹਿਲਾ ਟੇਕ ਤੁਹਾਡਾ? ਦੇਖੋ ਗੱਲ ਇਹ ਹੈ ਕਿ 3 ਮਹੀਨਿਆਂ ਦੀ ਸਰਕਾਰ ਦੇ ਵਿੱਚ 3 ਨਵੇਂ ਡੀਜੀਪੀ ਤੇ 3 ਨਵੇਂ ਏਜੀ। ਕੰਮ ਉੱਥੇ ਦਾ ਉੱਥੇ, ਜਿਹੜੇ 15 ਸੂਤਰੀ ਪ੍ਰੋਗਰਾਮ ਵਾਲੇ ਗੱਲਾਂ ਕਰਦੇ ਸੀਗੇ, ਪਤਾ ਨਹੀਂ 18 ਸੂਤਰੀ, ਪਤਾ ਨਹੀਂ 15 ਸੂਤਰੀ, ਉਹ ਕੰਮ ਹੋ ਨਹੀਂ ਰਹੇ। ਆਪਸ ਚ ਗਾਲਮ ਗਾਲੀ ਜ਼ਰੂਰ ਹੋ ਰਿਹਾ। ਅੱਜ ਮੀਡੀਆ ਦੇ ਵਿੱਚ ਵੀ ਇੱਕ ਬਾਈਟ ਹੈ ਜਦੋਂ ਨਵਜੋਤ ਸਿੰਘ ਸਿੱਧੂ ਨੇ ਗਾਲ ਕੱਢਦੇ ਹੋਏ ਪਾਏ ਗਏ ਨੇ। ਸੋ ਉਹ ਗੱਲਾਂ ਠੀਕ ਨਹੀਂ ਹੈਗੀਆਂ। ਮੁਬਾਰਕਾਂ, ਚਲੋ ਮੰਨ ਲਿਆ ਇਹਨਾਂ ਨੇ, ਮੈਰੀਟੋਰੀਅਸ ਵੀ ਸੀ, ਓਨੈਸਟ ਵੀ ਸੀ, ਡਿਲੀਵਰੇਬਲ ਵੀ ਸੀਗੇ। ਫਿਰ ਸੋਹਤਾ ਸਾਹਿਬ ਤੋਂ ਪਹਿਲਾਂ ਲਾ ਦਿੰਦੇ ਤਾਂ ਵਧੀਆ ਰਹਿੰਦੇ। ਹੁਣ ਗੱਲ ਹੈ ਕਿ ਬਲੀਵਾਲ ਸਾਹਿਬ ਮਸਲਾ ਇਹ ਹੈਗਾ, ਤੁਹਾਡੇ ਬੀਜੇ ਹੋਏ ਕੰਡੇ ਆ ਜਿਹੜੇ ਉਹਨਾਂ ਨੂੰ ਚੁਗਣੇ ਪੈ ਰਹੇ ਆ। ਜੇ ਤੁਸੀਂ ਮਸਲੇ ਹੱਲ ਕੀਤੇ ਹੁੰਦੇ, ਨਾ ਡੀਜੀਪੀ ਦੇ ਇੰਨੇ ਬਦਲਣੇ ਪੈਂਦੇ, ਨਾ ਗੱਲਬਾਤ ਕਰਨੀ ਪੈਂਦੀ ਹੋਣੀ। ਬੋਲੋ ਮੈਨੂੰ ਦੱਸੋ ਕਿਹੜਾ ਮਸਲਾ ਹੱਲ ਨਹੀਂ ਹੋਇਆ? ਮੈਂ ਓਪਨ ਆ ਉਸ ਚੀਜ਼ ਦੇ ਉੱਪਰ। ਸਰ ਕਿਹੜਾ ਹੱਲ ਹੋਇਆ ਸਰ ਉਹ ਦੱਸ ਦਿਓ। ਮੈਂ ਤੁਹਾਨੂੰ ਆਫਰ ਕਰ ਰਿਹਾ ਸਰ, ਕਿਹੜਾ ਹੱਲ ਹੋਇਆ ਉਹ ਦੱਸ ਦਿਓ। ਤੁਸੀਂ ਦੱਸੋ ਕਿਹੜੇ ਵਾਲੇ ਮਸਲੇ ਦੀ ਗੱਲ ਕਰਦੇ ਹੋ? ਬਹਿਬਲ ਕਲਾਂ ਗੋਲੀ ਕਾਂਡ ਦੀ ਗੱਲ ਕਰਦੇ ਹੋ? ਕੋਟਕਪੂਰਾ ਵਾਲੇ ਗੋਲੀ ਕਾਂਡ ਦੀ ਗੱਲ ਕਰਦੇ ਹੋ? ਦੱਸੋ ਕਿਹੜੀ ਗੱਲ ਕਰਦੇ ਹੋ? ਜਿਹੜੀ ਬਰਗਾੜੀ ਵਾਲੇ ਇਸ਼ੂ ਦੇ ਵਿੱਚ ਬੰਦੇ ਫੜੇ ਗਏ ਨੇ, ਉਹ ਨੋਮੀਨੇਟਡ ਨੇ, ਹਜੇ ਵੀ ਉਸੇ ਪੈਰਵਾਈ ਦੇ ਚੱਲਦੇ ਹੋਏ ਡੇਰਾ ਸਿਰਸਾ ਤੱਕ ਪੈੜ ਨੱਪਦੀ ਜਾ ਰਹੀ ਹੈ SIT। ਉਹ ਕਿਹਨੇ ਕਰਵਾਇਆ? IG, SSP, SP, ਈਵਨ ਸੁਮੇਧ ਸੈਣੀ ਚੱਕ ਕੇ ਅੰਦਰ ਕੀਤਾ ਕਿਹਨੇ ਕੀਤਾ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀਤਾ। ਇਹਨਾਂ ਤੋਂ ਹਜੇ ਤੱਕ ਵੀ ਉਹਨੂੰ ਹੱਥ ਨਹੀਂ ਲੱਗਿਆ। ਜਿਹੜੀ ਬਲੈਂਕਟ ਬੇਲ ਦੇਣ ਵਾਲਾ AG ਸੀਗਾ, ਉਹਨੂੰ ਦਿਵਾਉਣ ਵਾਲਾ, ਉਹਨੂੰ AG ਇਹਨਾਂ ਨੇ ਲਾ ਕੇ ਰੱਖਿਆ। ਸੈਣੀ ਦੀ ਬੇਲ ਹਜੇ ਤੱਕ ਕੈਂਸਲ ਨਹੀਂ ਹੋਈ। ਉਹ ਮੈਨੂੰ ਦੱਸੋ ਕਿਹਨੇ ਮਸਲੇ ਹੱਲ ਨਹੀਂ ਕੀਤੇ? ਉਹ ਕੈਪਟਨ ਅਮਰਿੰਦਰ ਸਿੰਘ ਕਰ ਗਿਆ। ਸੋ ਗੱਲਾਂ ਇਹ ਨੇ ਕਿ ਵੀ ਜੀ ਇਲਜ਼ਾਮ ਲਾਣੇ ਬੜੇ ਸੌਖੇ ਹੁੰਦੇ ਸੀ। ਆਪ ਦੀ ਨੌਨ ਕ੍ਰੈਡੀਬਿਲਿਟੀ ਨੂੰ ਸ਼ੋਅ, ਜਿਹੜੀ ਕਾਂਗਰਸ ਪਾਰਟੀ ਦੇ ਵਿਧਾਇਕ ਸੀ ਜਿਨ੍ਹਾਂ ਨੇ ਥੱਲੇ ਪਰਫਾਰਮੈਂਸ ਨਹੀਂ ਕੀਤੀ ਸੀ ਕੁਝ, ਉਹ ਆਪ ਦੀ ਨਲਾਇਕੀ ਛਪਾਉਣ ਦੇ ਲਈ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਦੇ ਪਾ ਗਏ। ਮੈਨੂੰ ਨਹੀਂ ਲੱਗਦਾ ਕਿ ਜਦੋਂ ਮਰਜ਼ੀ ਬਹਿਸ ਕਰ ਲੈਣ ਕਿਦਨ ਕੀ ਨਹੀਂ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ। ਕਰਜ਼ਾ ਮਾਫ ਵੀ ਕਰ ਗਿਆ ਕੈਪਟਨ ਅਮਰਿੰਦਰ ਸਿੰਘ। ਇੱਕ ਗੱਲ ਹੋਰ ਹੈ KP ਜੀ, ਬੜੀ ਸਿੱਧੀ ਜੀ, ਮੈਂ ਇੱਕ ਚੈਲੰਜ ਨਾਲ ਗੱਲ ਕਰਦਾ। ਮਾਈਨਿੰਗ ਦੇ ਉੱਪਰ ਇਹ 3 ਮਹੀਨਿਆਂ ਦੇ ਵਿੱਚ ਇੱਕ ਵੀ FIR ਦਰਜ ਨਹੀਂ ਹੋਈ। ਇਲੀਗਲ ਲਿਕਰ ਦੇ ਉੱਪਰ, ਡਰੱਗਸ ਦੇ ਉੱਪਰ ਇੱਕ ਵੀ FIR ਦਰਜ ਨਹੀਂ ਹੋਈ। ਕੀ ਨਸ਼ਾ ਮੁੱਕ ਗਿਆ? ਮਾਈਨਿੰਗ ਬੰਦ ਹੋ ਗਈ ਪੰਜਾਬ ਦੇ ਵਿੱਚ? ਮੈਨੂੰ ਦੱਸ ਦਿਓ। ਚਲੋ, ਇਹ ਯਾਨੀ ਕਿ ਕੰਟੀਨਿਊਸਲੀ ਚੱਲਦੀ ਪਈ ਹੈ। ਜੋ ਉਹਦੇ ਕੈਪਟਨ ਸਾਹਿਬ ਸੀਗੇ ਉਹਦੀ ਲਗਾਤਾਰ ਚੱਲਦੀ ਪਈ ਹੈ ਨਜਾਇਜ਼ ਮਾਈਨਿੰਗ।
ਨਹੀਂ, ਮੈਂ ਇੱਕ ਗੱਲ ਤੁਸੀਂ ਕਹਿ ਰਿਹਾ, admit ਕਰ ਰਹੇ ਹੋ, ਕੈਪਟਨ admit ਕਰ ਰਹੇ ਅਮਰਿੰਦਰ ਹੋ ਸਿੰਘ ਦੇ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੇ ਅਸੀਂ 8-900 ਟਿੱਪਰ ਫੜ ਕੇ ਅੰਦਰ ਕੀਤਾ ਤੇ 400 ਦੇ ਆਸ-ਪਾਸ FIR ਦਰਜ ਹੋਈਆਂ ਸੀਗੀਆਂ। ਹੁਣ ਤਾਂ ਪੈਸੇ ਵੀ ਨਹੀਂ ਆ ਰਹੇ, ਉਹ ਚੱਲਦਾ ਵੀ ਪਿਆ, ਧੰਦਾ ਸ਼ਰੇਆਮ ਚੱਲਦਾ ਪਿਆ, ਤੁਹਾਡੇ ਸਾਹਮਣੇ ਹੈ। ਠੀਕ ਹੈ। ਰਵਿੰਦਰ ਸਿੰਘ, ਤੁਸੀਂ ਨਵੀਂ ਨਿਯੁਕਤੀ ਨੂੰ ਹਰ ਚੀਜ਼ ਨੂੰ ਤੁਸੀਂ ਡਰਾਮਾ ਹੀ ਕਰਾ ਦਿੰਦੇ ਹੋ। ਇਹ ਤੁਹਾਡਾ ਟੈਗਲਾਈਨ ਬਣ ਗਈ ਹੈ ਵੀ ਜੋ ਸਰਕਾਰ ਕਰੇ ਉਹਨੂੰ ਡਰਾਮਾ ਕਹਿ ਦਿਓ, ਉਸ ਤੋਂ ਬਾਅਦ ਦੇਖਾਂਗੇ ਬਾਕੀ ਕੀ ਅੱਗੇ ਕੀ ਹੁੰਦਾ। ਨਹੀਂ, ਤੁਸੀਂ ਦੇਖੋ ਕੀ ਹੋ ਰਿਹਾ ਹੈ। ਜਿਹੜੀ ਇਹ ਕੰਮ ਸਰਕਾਰ ਕਰ ਰਹੀ ਹੈ, ਕਿਸੇ ਨਾ ਕਿਸੇ ਤਰੀਕੇ ਨਾਲ ਚੰਨੀ ਸਰਕਾਰ ਜਿਹੜੀ ਹੈਗੀ ਹੈ ਹਰੇਕ ਪੁਆਇੰਟ ਦੇ ਉੱਪਰ ਫੇਲ ਹੋਣ ਦੇ ਬਾਵਜੂਦ ਇਹ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਹੀ ਕੰਮ ਹੋ ਰਿਹਾ ਹੈ, ਸਿਰਫ ਤੇ ਸਿਰਫ ਮੀਡੀਆ ਹੈਡਲਾਈਨਸ ਕ੍ਰੀਏਟ ਕਰਨ ਵਾਸਤੇ। 15 ਦਿਨ ਸਰਕਾਰ ਦੇ ਰਹਿ ਗਏ, 15 ਦਿਨ ਮਿਸਟਰ ਚਟੋਪਾਧਿਆਏ ਤੇ ਤੁਹਾਨੂੰ ਸ਼ੱਕ ਆ ਕੋਈ? ਮਿਸਟਰ ਰਵਿੰਦਰ, ਕੀ ਕਹਿ ਰਹੇ ਮਿਸਟਰ ਚਟੋਪਾਧਿਆਏ ਤੇ ਕੋਈ ਸ਼ੱਕ ਹੈ ਤੁਹਾਨੂੰ? ਸ਼ੱਕ ਨਹੀਂ ਹੈਗਾ, ਉਹਨਾਂ ਦੀ ਕਾਰਜਸ਼ੈਲੀ ਦੇ ਉੱਪਰ ਕੋਈ ਸ਼ੱਕ ਨਹੀਂ। 15 ਦਿਨ ਚ ਕਰਨਗੇ ਕੀ, ਕੱਢਣਗੇ ਕੀ, ਕਿਹੜੇ 15 ਦਿਨ ਦੇ ਅੰਦਰ ਜਿਹੜਾ 4.5 ਸਾਲ ਪੌਣੇ 5 ਸਾਲ ਦੇ ਵਿੱਚ ਨਹੀਂ ਕੁਝ ਕਰ ਸਕੇ, ਹੁਣ ਇਹਨਾਂ 15 ਦਿਨਾਂ ਦੇ ਵਿੱਚ ਕੀ ਕਰਨਗੇ? ਬੜੀਵਾਲ ਸਾਹਿਬ ਬੜੀ ਵਧੀਆ ਗੱਲ ਕਹਿ ਰਹੇ ਸੀ ਕਿ 900 ਇਹਨਾਂ ਨੇ ਟਿੱਪਰ ਫੜ ਲਿਆ। ਬੜੀ ਕਮਾਲ ਦੀ ਗੱਲ ਹੈ। ਜਿਹੜਾ ਕੈਂਸਰ ਹੁੰਦਾ ਨਾ ਉੱਪਰ ਤੋਂ ਮੱਲਮ ਨਾਲ ਨਹੀਂ ਠੀਕ ਹੁੰਦਾ, ਉਹਦੇ ਵਾਸਤੇ ਕੀਮੋਥੈਰੇਪੀ ਕਰਨੀ ਪੈਂਦੀ ਹੈ। ਬਲੀਏਵਾਲ ਸਾਹਿਬ ਟਿੱਪਰ ਤਾਂ ਬਹੁਤ ਫੜੇ ਗਏ ਨੇ, FIRs ਤਾਂ NDPS ਦੇ ਵਿੱਚ ਹੋਈਆਂ। ਖੜਿਆਲ ਸਾਹਿਬ ਹਾਈ ਕੋਰਟ ਹੀ ਪ੍ਰੈਕਟਿਸ ਕਰਦੇ ਨੇ, ਹਾਈ ਕੋਰਟ ਦੇ ਜੱਜਸ ਨੇ ਸਪੈਸੀਫਿਕ FIRs ਦੇਖ ਕੇ ਵੀ ਕਿੰਨੇ ਹਜ਼ਾਰ FIRs ਇੱਕ ਹੀ ਫਾਰਮੈਟ ਤੇ ਕੀਤੀਆਂ ਹੋਈਆਂ ਪੰਜਾਬ ਪੁਲਿਸ ਨੇ ਕਿ ਬੰਦਾ ਜੀ ਉੱਥੇ ਜਾ ਰਿਹਾ ਸੀਗਾ, ਮੇਨ ਰੋਡ ਦੇ ਉੱਪਰ ਜਾ ਰਿਹਾ ਸੀਗਾ, ਉਹਦੇ ਖੱਬੇ ਪਾਸੇ ਇੱਕ ਝੋਲਾ ਪਾਇਆ ਹੋਇਆ ਸੀਗਾ, ਉਹਦੇ ਚੋਂ ਪੈਸੇ ਲੱਭੇ ਸੀ। ਰਵਿੰਦਰ ਸਿੰਘ, ਅਕਾਲੀ ਦਲ ਕਹਿ ਰਿਹਾ ਹੈ ਕਿ ਮਜੀਠੀਆ ਨੂੰ ਹੱਥ ਪਾਉਣ ਦੇ ਲਈ ਇਹ ਤਰਲੋ ਮੱਛੀ ਹੋਈ ਪਈ ਸਰਕਾਰ। ਤਾਂ ਲੱਗਦਾ ਕਿ DGP ਬਦਲਣ ਨਾਲ ਮਿਸਟਰ ਮਜੀਠੀਆ ਤੇ ਜਾਂ ਬਾਦਲਾਂ ਦੇ ਖਿਲਾਫ ਕੋਈ ਐਕਸ਼ਨ ਲਿਆ ਜਾ ਸਕਦਾ? ਤੁਹਾਨੂੰ ਲੱਗਦਾ? ਚੋਰ ਦੀ ਦਾੜੀ 'ਚ ਤਣਕਾ ਜੀ, ਜਿਹਨੇ ਆਪ ਚੋਰੀ ਕੀਤੀ ਹੁੰਦੀ ਉਹਨੂੰ ਮਾੜੀ ਗੱਲ ਵੀ, ਜਿਹੜਾ ਉਹ ਕਹਿੰਦੇ ਚੋਰ ਆਪਣੇ ਸਾਏ ਤੋਂ ਹੀ ਡਰੀ ਜਾਂਦਾ, ਉਹ ਆਪਣੇ ਸਾਏ ਤੋਂ ਇਹਨੂੰ ਡਰ ਲੱਗਦਾ। ਉਹਨਾਂ ਦਾ ਡਰ ਸੱਚਾ ਹੈ, ਕਿਉਂਕਿ ਜਿਹੜੀ ਆਪਣੀ ਚੋਰੀਆਂ ਉਹਨਾਂ ਨੂੰ ਆਪਣਾ ਹੀ ਜਿਹੜਾ ਪਾਲਾ ਹੈ ਉਹ ਆਪ ਹੀ ਖਾਈ ਜਾਂਦਾ। ਉਹਨਾਂ ਦਾ ਡਰ ਸੱਚਾ। ਪਰ ਆਉਣ ਵਾਲੇ ਸਮੇਂ 'ਚ ਜੇ ਅਸੀਂ ਕਹੀਏ 15 ਦਿਨਾਂ ਦੇ ਵਿੱਚ ਲੱਗਦਾ ਮਜੀਠੀਆ ਤੇ ਕੋਈ ਐਕਸ਼ਨ ਹੋ ਸਕਦਾ? ਨਹੀਂ, 15 ਦਿਨਾਂ ਦੇ ਵਿੱਚ ਤਾਂ ਬਹੁਤ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਜਿਹੜਾ ਮਜੀਠੀਆ ਤੇ ਕੋਈ ਐਕਸ਼ਨ ਨਹੀਂ ਹੋਊਗਾ, 15 ਦਿਨਾਂ ਬਾਦਲਾਂ ਤੇ ਕੋਈ ਐਕਸ਼ਨ ਨਹੀਂ ਹੋਊਗਾ, ਅਕਾਲੀ ਦਲ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਊਗਾ। ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਪੰਜਾਬ ਸਰਕਾਰ ਕਰ ਰਹੀ ਹੈ। ਕੰਕਰੀਟ ਕੁਝ ਵੀ ਨਹੀਂ ਹੋਣਾ 15 ਦਿਨ ਦੇ ਵਿੱਚ। ਕੀ ਕਰਨਾ? ਤਾਂ ਹੀ ਤੁਸੀਂ ਮਾਫੀ ਮੰਗ ਲਈ ਸੀ ਮਜੀਠੀਆ ਤੋਂ। ਕਿਹੜੇ ਮਾਮਲੇ? ਤਾਂ ਹੀ ਤੁਸੀਂ ਮਿਸਟਰ ਮਜੀਠੀਆ ਤੋਂ ਮਾਫੀ ਮਿਸਟਰ ਮਜੀਠੀਆ ਤੋਂ ਇਸ ਲਈ ਮਾਫੀ ਮੰਗ ਲਈ? ਕੇਜਰੀਵਾਲ ਸਾਹਿਬ ਵਾਲੀ ਗੱਲ, ਉਹਦਾ ਕਾਰਨ ਕੁਝ ਹੋਰ ਸੀਗਾ। ਉਹਦਾ KPG ਦੇਖੋ, ਜਿਹੜਾ ਦਿੱਲੀ ਦਾ CM ਹੈ, ਉਹਦੇ ਉੱਪਰ ਪੂਰੇ ਇੰਡੀਆ ਦੇ ਵਿੱਚ 350 ਤੋਂ ਵੱਧ ਕੇਸ ਸੀਗੇ। ਦਿੱਲੀ ਦਾ CM ਦੇਖੋ, ਮੈਂ ਤੁਹਾਨੂੰ ਦੱਸਦਾ, ਇੱਕ ਮਿੰਟ ਸਰ, ਇੱਕ ਮਿੰਟ ਰਵਿੰਦਰ ਸਿੰਘ, ਨਹੀਂ ਸਰ, ਸੁਣ ਤਾਂ ਲਓ ਨਾ, ਸੁਣ ਤਾਂ ਲਓ ਰਵਿੰਦਰ ਸਿੰਘ, ਸੁਣ ਲਓ ਨਾ, ਇੱਕ ਮਿੰਟ ਰਵਿੰਦਰ ਸਿੰਘ ਸੁਣ ਲਓ, ਮੈਂ ਸੁਣ ਲਓ ਨਾ, ਵਕਾਲਤ ਕਰਦਾ ਸਰ, ਤੁਹਾਨੂੰ ਪੂਰਾ ਮੌਕਾ ਦੇ ਰਿਹਾ ਨਾ, ਮੈਂ ਤੁਹਾਨੂੰ ਪੂਰਾ ਮੌਕਾ ਦੇ ਰਿਹਾ ਨਾ। ਮੈਂ ਇਸ ਗੱਲ ਤੇ ਕਲੀਅਰ ਕਰੂੰਗਾ ਫਿਰ ਹੁਣ। ਹਾਂ, ਕਰ ਲਓ ਕਲੀਅਰ ਸਰ। ਦਿੱਲੀ ਦਾ CM ਜਿੱਥੇ ਮਰਜ਼ੀ ਜਾਵੇ, ਜੋ ਮਰਜ਼ੀ ਇਲਜ਼ਾਮ ਲਾ ਕੇ ਜਿੱਥੇ ਮਰਜ਼ੀ ਮੈਂ ਤੁਹਾਨੂੰ ਦੱਸਦਾ ਰਿਸਪੌਂਸਿਬਿਲਟੀ ਤੇ ਉਹਨਾਂ ਦੀ ਕੋਈ ਨਹੀਂ। ਮੇਰਾ ਜਵਾਬ ਸੁਣੋ ਸਰ। ਮੇਰਾ ਜਵਾਬ ਇਸ ਸਾਰੇ ਮਾਮਲੇ ਤੇ ਇਹ ਹੈ, ਇੱਕ ਬੈਂਕ ਦਾ ਮੈਨੇਜਰ ਵੀ ਹੋਵੇ ਨਾ, ਉਹ ਵੀ ਐਗਜ਼ੰਪਸ਼ਨ ਦੀ ਐਪਲੀਕੇਸ਼ਨ ਲਾਏ ਕਿ ਮੈਂ ਇੱਕ ਬੈਂਕ ਦੇ ਵਿੱਚ ਸਰਕਾਰੀ ਮੁਲਾਜ਼ਮ ਦੇ ਤੌਰ ਦੇ ਉੱਪਰ ਕੰਮ ਕਰਦਾ ਤੇ ਹਰ ਕੇਸ ਦੀ ਤਰੀਕ ਦੇ ਉੱਪਰ ਮੈਂ ਨਹੀਂ ਆ ਸਕਦਾ। ਜਦੋਂ ਮੇਰੀ ਲੋੜ ਹੈ ਕੋਰਟ ਮੈਨੂੰ ਨੋਟਿਸ ਕਰਕੇ ਬੁਲਾ ਲੇ, ਹਰ ਤਰੀਕ ਤੇ ਨਾ ਬੁਲਾਇਆ ਜਾਵੇ। 3 ਐਪਲੀਕੇਸ਼ਨਸ ਹਾਈ ਕੋਰਟ ਤੱਕ ਆ ਕੇ ਐਗਜ਼ੰਪਸ਼ਨ ਦੀ ਐਪਲੀਕੇਸ਼ਨ ਨਹੀਂ ਉਹਨਾਂ ਦੀ ਅਲਾਉ ਹੋਈ। 350 ਕੇਸ ਮੋਦੀ ਸਾਹਿਬ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਕੇਜਰੀਵਾਲ ਤੇ ਕੀਤਾ। ਹਰ ਇੱਕ ਰੋਜ਼ ਕਿਤੇ ਨਾ ਕਿਤੇ ਉਹਨਾਂ ਦੀ ਪੇਸ਼ੀ ਹੁੰਦੀ ਸੀਗੀ। ਐਗਜ਼ੰਪਸ਼ਨ ਕਿਸੇ ਕੇਸ 'ਚ ਨਹੀਂ ਮਿਲਦੀ। ਬਲੀਵਾਲ ਜੀ, ਇੱਕ ਮਿੰਟ, ਤੁਹਾਨੂੰ ਕਾਨੂੰਨ ਤੇ ਵੀ ਸ਼ੱਕ ਹੈ? ਕਾਨੂੰਨ ਦੇ ਰਾਜ ਤੇ ਵੀ ਸ਼ੱਕ ਹੈ? ਕਾਨੂੰਨ ਦੇ ਰਾਜ ਮੈਂ ਤੁਹਾਨੂੰ ਦੱਸ ਰਿਹਾ ਵੀ ਇੱਕ ਜਿਹੜਾ ਬੈਂਕ ਦਾ ਮੈਨੇਜਰ ਹੁੰਦਾ ਉਹਨੂੰ ਵੀ ਐਗਜ਼ੰਪਸ਼ਨ ਮਿਲ ਜਾਂਦੀ ਹੈ, ਪਰ ਇੱਕ ਸਟੇਟ ਦੇ CM ਨੂੰ ਐਗਜ਼ੰਪਸ਼ਨ ਨਹੀਂ ਸੀ ਮਿਲੀ। ਤੁਸੀਂ ਅਦਾਲਤਾਂ ਦੀ ਕਾਰਵਾਈ ਤੇ ਸ਼ੱਕ ਕਰ ਰਹੇ? ਨਹੀਂ, ਤੁਹਾਨੂੰ ਦੱਸ ਰਿਹਾ, ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਦੇਖਣਾ, ਇਹ ਤੁਸੀਂ ਦੇਖਣਾ, ਤੁਸੀਂ ਖੁਦ ਇਸ ਕਾਰਵਾਈ ਵਿੱਚ ਸ਼ਾਮਲ ਹੋ। ਹਾਂ ਮਿਸਟਰ ਕਲੇਰ, DGP ਬਦਲਣ ਨਾਲ ਕੀ ਹੋ ਜਾਊਗਾ? ਤੁਸੀਂ ਕਿਉਂ ਘਬਰਾਈ ਜਾਂਦੇ ਹੋ? ਖੇਪੀ, ਜੋ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਨਾ, ਇਹ ਕਲਾਸਿਕ ਐਗਜ਼ਾਮਪਲ ਹੈ ਕਿ ਕਿਸ ਤਰੀਕੇ ਲਾਅ ਐਂਡ ਆਰਡਰ ਮਸ਼ੀਨਰੀ ਦਾ ਮਿਸਯੂਜ਼ ਕੀਤਾ ਜਾਂਦਾ ਆਪਣੇ ਸਿਆਸੀ ਮੁਫਾਦ ਸਾਧਨ ਲਈ, ਆਪਣੇ ਵਿਰੋਧੀਆਂ ਨੂੰ ਟਾਰਗੇਟ ਕਰਨ ਲਈ। ਔਰ ਇਹ ਕੋਈ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਹਾਈ ਕੋਰਟ ਤੋਂ ਵੀ ਪੰਜਾਬ ਸਰਕਾਰ ਨੂੰ ਝਾੜ ਪਈ ਹੈ, ਜਦੋਂ ਕੁੰਵਰ ਵਿਜੇ ਪ੍ਰਤਾਪ ਇੱਕ ਸਿਆਸੀ ਘੋੜੇ ਦੇ ਤੌਰ ਤੇ ਭਜਾਇਆ ਜਾ ਰਿਹਾ ਸੀ, ਉਹਨੂੰ ਭਜਾਉਣ ਵਾਲੇ ਵੀ ਆਹੀ ਲੋਕ ਸੀ। ਔਰ ਅੱਜ ਦੇਖੋ ਕਿ ਅਫਸਰਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਉਹ ਕੰਮ ਕਰਨ ਲਈ ਜਿਹੜਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ, ਉਹਨਾਂ ਦੀ ਜ਼ਮੀਰ ਨਹੀਂ ਦਿੰਦੀ। ਨਹੀਂ, ਮੈਨੂੰ ਇੱਕ ਗੱਲ ਦੱਸ ਦੇਣ, ਕੀ ਐਸੀ ਮਜਬੂਰੀ ਹੈ ਕਿ 2.5 ਮਹੀਨਿਆਂ ਦੇ ਵਿੱਚ 3 ਬਿਊਰੋ ਆਫ ਇਨਵੈਸਟੀਗੇਸ਼ਨ ਦੇ ਚੀਫ ਬਦਲ ਗਏ? ਪਹਿਲਾਂ ਵਰਿੰਦਰ ਕੁਮਾਰ ਜੀ, ਅਰਪਿਤ ਸ਼ੁਕਲਾ ਜੀ, ਔਰ ਫਿਰ ਅਸਥਾਨਾ ਸਾਹਿਬ ਦਾ ਛੁੱਟੀ ਤੇ ਜਾਣਾ ਔਰ CM ਦੀ ਮੀਟਿੰਗ ਤੋਂ ਪਹਿਲਾਂ ਜਾਣਾ, ਔਰ ਐਡੇ ਗੰਭੀਰ ਇਲਜ਼ਾਮ ਸਰਕਾਰ ਦੇ ਉੱਤੇ ਲਗਾ ਕੇ ਜਾਣਾ, 8 ਨੁਕਤੇ। ਔਰ ਹੁਣ ਤਾਂ ਉਹ ਲੈਟਰ ਨੂੰ CM ਨੇ ਵੀ ਇੰਡੋਰਸ ਕਰਤਾ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਸਰਕਾਰ ਅਫਸਰਾਂ ਤੇ ਪ੍ਰੈਸ਼ਰ ਪਾ ਰਹੀ ਹੈ ਗਲਤ ਕੰਮ ਕਰਨ ਦੇ ਲਈ। ਨਹੀਂ, ਔਰ ਅੱਜ ਨਹੀਂ, ਅਫਸਰਾਂ ਤੇ ਤੁਹਾਨੂੰ ਪ੍ਰੈਸ਼ਰ ਲੱਗਦਾ ਜਾਂ ਅਫਸਰ ਤੁਹਾਡੇ ਪੱਖ ਦੇ ਲੱਗਦੇ ਆ?
ਨਹੀਂ ਮੈਂ ਕੇਪੀਜੀ ਇਹ ਗੱਲ ਕਹਿਣਾ ਕਿ ਅਫਸਰ ਹੁੰਦਾ ਕਾਨੂੰਨ ਨਾਲ ਬੰਨਿਆ, ਅਫਸਰ ਨੇ ਚੱਲਣਾ ਲਾਅ ਦੇ ਨਾਲ। ਤੁਸੀਂ ਅਫਸਰ ਨੂੰ ਪ੍ਰੈਸ਼ਰਾਈਜ਼ ਕਰੋਗੇ ਗਲਤ ਕੰਮ ਕਰਨ ਲਈ, ਕਿਉਂਕਿ ਪੈਣੀ ਤਾਂ ਕੱਲ ਨੂੰ ਅਫਸਰ ਤੇ ਹੈ, ਤੁਹਾਡੀ ਅਫਸਰਾਂ ਨਾਲ ਗੱਲ ਕੋਰਟ ਉਹ ਵੀ ਅਫਸਰ ਤੇ ਪੈਣੀ ਤੁਹਾਡੀ ਹੈ। ਅਫਸਰਾਂ ਨਾਲ ਗੱਲ ਹੋਈ ਕੋਈ ਅੰਡਰ ਪ੍ਰੈਸ਼ਰ ਹੋ? ਅਸਥਾਨਾ ਸਾਹਿਬ ਦੀ ਚਿੱਠੀ ਨੇ ਗੱਲ ਕਰਨ ਦੀ ਕੋਈ ਜਗ੍ਹਾ ਹੀ ਨਹੀਂ ਛੱਡੀ, ਗੁੰਜਾਇਸ਼ ਹੀ ਨਹੀਂ ਛੱਡੀ। ਉਹਨੇ ਤਾਂ ਦੱਸ ਹੀ ਦਿੱਤਾ ਕਿ ਕੀ ਹੋ ਰਿਹਾ ਸਰਕਾਰ ਦੇ ਵਿੱਚ। ਔਰ ਅੱਜ ਹੁਣ ਮੈਨੂੰ ਇੱਕ ਗੱਲ ਦੱਸ ਦੇਣ, ਖਡਿਆਲ ਸਾਹਿਬ ਕਹਿੰਦੇ ਜੀ ਉਹ ਚਟੋਪਾਧਿਆ ਸਾਹਿਬ ਬਹੁਤ ਓਨੈਸਟ ਹੈ, ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਤਾਂ ਕੀ ਗੱਲ ਜਦੋਂ ਤੁਸੀਂ ਸਹੋਤਾ ਸਾਹਿਬ ਨੂੰ ਲਾ ਰਹੇ ਸੀ ਉਦੋਂ ਇਹ ਡਿਸਓਨੈਸਟ ਸੀਗੇ ਜਾਂ ਉਦੋਂ ਓਨੈਸਟੀ ਦਿਖੀ ਨਹੀਂ? ਤੁਹਾਨੂੰ ਕਿ ਹੁਣ ਸਹੋਤਾ ਸਾਹਿਬ ਕਿਸੇ ਗਲਤ ਕੰਮ ਕਰਨ ਤੇ ਜਵਾਬ ਦੇ ਗਏ, ਹੁਣ ਤੁਸੀਂ ਸੋਚਿਆ ਚੱਲ ਚਟੋਪਾਧਿਆ ਸਾਹਿਬ ਤੋਂ ਕਰਾ ਲਿਓ ਕੰਮ। ਤੁਹਾਨੂੰ ਸੋ ਬੈਲੈਂਸ ਆਫ ਕਨਵੀਨੀਅੰਸ ਚੱਲ ਰਿਹਾ ਹੈ। ਤੁਹਾਨੂੰ ਸਹੋਤਾ ਸਾਹਿਬ ਠੀਕ ਲੱਗਦੇ ਸੀਗੇ ਇਹਨਾਂ ਤੋਂ? ਨਹੀਂ ਮੈਂ ਤਾਂ ਇਹ ਗੱਲ ਕਹਿਣਾ ਸੈਣੀ ਸਾਹਿਬ ਠੀਕ ਲੱਗਦੇ ਸੀ, ਤਾਂ ਹੀ ਤਾਂ ਚਾਰ ਸੀਨੀਅਰ ਆਈਪੀਐਸ ਆਫੀਸਰ ਛੱਡ ਕੇ ਸੈਣੀ ਸਾਹਿਬ ਨੂੰ ਬਣਾਇਆ। ਇਹ ਗੱਲ ਕਹਿਣਾ ਜੀ ਕਿ ਅਫਸਰ ਨੇ ਚੱਲਣਾ ਕਾਨੂੰਨ ਦੇ ਨਾਲ। ਇਹ ਤਾਂ ਹੁਣ ਕਾਂਗਰਸ ਦੱਸੇ ਨਾ ਕਿ ਪਹਿਲਾਂ ਚਟੋਪਾਧਿਆ ਸਾਹਿਬ ਨੂੰ ਕਿਉਂ ਇਗਨੋਰ ਕੀਤਾ, ਹੁਣ ਇੱਕਦਮ ਕਿਉਂ ਇੰਨੇ ਮੈਰੀਟੋਰੀਅਸ ਹੋ ਗਏ ਕਿ ਉਹਨਾਂ ਨੂੰ ਲਿਆਉਣਾ ਪੈ ਗਿਆ। ਦੂਸਰੀ ਗੱਲ ਦਾ ਮੈਂ ਜਵਾਬ ਦੇ ਦਿਆਂ ਕਿ ਮੇਰੇ ਭਰਾ ਉਰੇ ਕਹਿੰਦੇ ਕਿ ਜੀ ਕੇਜਰੀਵਾਲ ਨੂੰ ਐਗਜ਼ੈਂਪਸ਼ਨ ਨਹੀਂ ਮਿਲਦੀ ਸੀ। ਔਨ ਫੈਕਟ ਗੱਲ ਕਰੀਦੀ ਹੈ, ਸੰਜੇ ਸਿੰਘ ਦਾ ਵੀ ਸੇਮ ਹੀ ਕੇਸ ਹੈ ਲੁਧਿਆਣਾ ਅਦਾਲਤ 'ਚ। ਸੰਜੇ ਸਿੰਘ ਅੱਜ ਤੱਕ ਰਿਕਾਰਡ ਹੈ ਇੰਨੇ ਸਾਲਾਂ 'ਚ ਸਿਰਫ 10 ਵਾਰ ਪੇਸ਼ ਹੋਇਆ, ਐਗਜ਼ੈਂਪਸ਼ਨ ਤੇ ਚੱਲ ਰਿਹਾ ਹੈ। ਔਰ ਜਿਹੜੀ ਕੇਜਰੀਵਾਲ ਨੇ ਮਾਫੀ ਮੰਗੀ ਹੈ ਨਾ, ਉਹਨੇ ਇਹ ਨਹੀਂ ਕਿਹਾ ਮੈਂ ਨਹੀਂ ਆ ਸਕਦਾ, ਉਹਨੇ ਕਿਹਾ ਕਿ ਜੋ ਮੈਂ ਇਲਜ਼ਾਮ ਲਾਏ ਸੀ ਉਹ ਇਲਜ਼ਾਮਾਂ ਦਾ ਨਾ ਕੋਈ ਸਬੂਤ ਹੈ, ਉਹ ਬੇਬੁਨਿਆਦ ਇਲਜ਼ਾਮ ਸੀ, ਇਸ ਲਈ ਮੇਰੇ ਤੋਂ ਗਲਤੀ ਹੋਈ, ਮੈਂ ਮਾਫੀ ਮੰਗਦਾ। ਇਹ ਚਿੱਠੀ ਹੈ, ਇਹ ਪੜ੍ਹ ਲੈਣ ਤਾਂ ਬੈਟਰ ਐਕਸਪਲੇਨ ਕਰਦੇ। ਮਿਸਟਰ ਤੁਹਾਡੇ ਭਾਈਵਾਲ ਬਹੁਜਨ ਸਮਾਜ ਪਾਰਟੀ ਇਹ ਕਹਿ ਰਹੀ ਹੈ ਕਿ ਦਲਿਤ ਸਿੱਖ ਨੂੰ ਹਟਾਇਆ ਗਿਆ, ਤੁਸੀਂ ਐਗਰੀ ਕਰਦੇ ਹੋ? ਅਕਾਲੀ ਦਲ ਸਹਿਮਤ ਹੈ ਇਸ ਗੱਲ ਨਾਲ? ਨਹੀਂ ਮੈਂ ਜੋ ਗੜੀ ਸਾਹਿਬ ਨੇ ਗੱਲ ਕਹੀ ਹੈ, ਗੜੀ ਸਾਹਿਬ ਆਪਣੀ ਗੱਲ ਰੱਖ ਰਹੇ ਨੇ, ਗੜੀ ਸਾਹਿਬ ਦਾ ਜੋ ਨਜ਼ਰੀਆ ਹੈ ਗੜੀ ਸਾਹਿਬ ਉਹਦੇ ਨਾਲ ਦੇਖਦੇ ਨੇ। ਮੈਂ ਇੱਕ ਵਕੀਲ ਹੋਣ ਦੇ ਨਾਤੇ ਔਰ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਫਲਸਫੇ ਤੇ ਚੱਲਣ ਵਾਲੀ, ਸੋ ਅਸੀਂ ਤਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਮੈਂ ਤਾਂ ਇਹ ਗੱਲ ਕਹਿਣਾ ਕਿ ਮੈਰਿਟ ਦੇ ਉੱਤੇ ਨਿਯੁਕਤੀਆਂ ਹੋਣੀ ਚਾਹੀਦੀਆਂ ਨੇ। ਅਗਰ ਤੁਸੀਂ ਸਿਰਫ ਅਫਸਰਾਂ ਨੂੰ ਹੱਥਕੰਡੇ ਦੇ ਤੌਰ ਤੇ ਵਰਤਣਾ ਹੈ ਔਰ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਵਰਤਣਾ ਹੈ, ਔਰ ਫਿਰ ਤੁਸੀਂ 3 ਤਾਂ BIO ਦੇ ਚੀਫ ਬਦਲਤੇ, ਹੁਣ ਤੁਹਾਡਾ ਤੀਜਾ DGP ਆ ਗਿਆ, ਇਹ ਤਾਂ ਫਿਰ ਟੋਟਲ ਹੁਣ ਤੁਸੀਂ ਇੱਕ ਪੋਲੀਟੀਕਲ ਵੈਂਡੇਟੇ ਦੀ ਸਿਆਸਤ ਕਰਨੀ ਚਾਹੁੰਦੇ ਹੋ। ਪਰ ਮੈਂ ਫਿਰ ਕਹਿਣਾ ਕਿ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਨਹੀਂ ਹੋਣਾ। ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਗੁਟਕਾ ਸਾਹਿਬ ਚੱਕੇ ਉਹ ਪੂਰੇ ਕਰ ਦਿਓ, ਨਹੀਂ ਲੋਕਾਂ ਨੇ ਛੱਡਣਾ ਨਹੀਂ। ਚਲੋ ਮੈਂ ਥੋੜਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਮਿਸਟਰ ਖਡਿਆਲ, ਚਿੱਠੀ ਲੀਕ ਤੋਂ ਲੈ ਕੇ ਛੁੱਟੀ ਤੱਕ ਇਹ ਪੂਰਾ ਮਾਮਲਾ ਕਿਸੇ ਉਹਦੇ ਨਾਲ ਤਾਂ ਜੁੜਿਆ ਹੋਇਆ, ਜਾਂ 2022 ਦੇ ਸਿਆਸੀ ਦੰਗਲ ਦੇ ਵਿੱਚ ਬਹੁਤ ਘੱਟ ਦਿਨ ਰਹਿ ਕੇ ਹੈ, ਸਾਰਾ ਮਾਮਲਾ ਉਹਦੇ ਨਾਲ ਤਾਂ ਜੁੜਿਆ ਹੋਇਆ? ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ? ਨਵੇਂ DGP ਦੀ ਡਿਊਟੀ ਹੈ ਕੀ ਹੈ ਤੇ ਨਿਭਾਈ ਕੀ ਜਾਵੇਗੀ? ਕੁਝ ਦਿਨ ਬਾਕੀ ਰਹਿ ਗਏ ਨੇ, ਦੇਖਦੇ ਜਾਇਓ ਹੁੰਦਾ ਕੀ ਹੈ। ਵਾਪਸ ਆ ਰਿਹਾ। 5 ਸਾਲ ਪੂਰੇ ਕਰਨ ਜਾ ਰਹੀ ਪੰਜਾਬ ਸਰਕਾਰ ਦੇ ਸਿਸਟਮ ਤਬਦੀਲੀਆਂ ਦਾ ਟ੍ਰੈਂਡ ਕਿਉਂ ਹੈ? ਜਿਹੜੇ ਨਵੇਂ DGP ਲਾਏ ਗਏ ਆ ਉਹ ਪਰਮਾਨੈਂਟ DGP ਨਹੀਂ ਲਾਏ ਗਏ ਹੈਗੇ। UPSC ਦਾ ਪੈਨਲ ਆ, ਉਸ ਪੈਨਲ ਤੋਂ ਬਾਅਦ ਰਿਕਮੈਂਡੇਸ਼ਨ ਜਿਹੜੀਆਂ ਹੋਣਗੀਆਂ, ਉਸ ਤੋਂ ਬਾਅਦ ਇਹ ਸਾਰਾ ਜਿਹੜਾ ਸਥਾਈ DGP ਵਾਲਾ ਇਹ ਸਾਰਾ ਕੋਰਮ ਪੂਰਾ ਹੋਊਗਾ। ਹਾਂ ਮਿਸਟਰ ਖਡਿਆਲ, ਕੀ ਕਹਿਣਾ ਚਾਹ ਰਹੇ ਹੋ ਤੁਸੀਂ? ਦੇਖੋ ਜੀ, ਪਹਿਲੀ ਗੱਲ ਮੈਂ ਦੱਸਦਾ ਕਿ ਹਵਾਈ ਗੱਲਾਂ ਕਰਨ ਦਾ ਫਾਇਦਾ ਕੋਈ ਨਹੀਂ। ਜੇ ਬੰਦਾ ਕੋਈ ਐਲੀਗੇਸ਼ਨ ਲਾਉਂਦਾ, ਐਕੂਜ਼ੇਸ਼ਨ ਲਾਉਂਦਾ, ਹੀ ਸ਼ੁੱਡ ਬੀ ਏਬਲ ਟੂ ਪ੍ਰੂਵ ਇਟ। ਬਟ ਇੱਥੇ ਕਹਿ ਰਹੇ ਕਿ ਅਸੀਂ ਪ੍ਰੈਸ਼ਰ ਪਾ ਰਹੇ ਹਾਂ, ਅਸੀਂ ਆਹ ਕਰਨਾ ਚਾਹੁੰਦੇ ਹਾਂ। ਪਹਿਲੀ ਗੱਲ, ਤੁਹਾਨੂੰ ਕਿਹੜੇ ਆਫੀਸਰ ਨੇ ਕਿਹਾ? ਤੇ ਤੁਹਾਨੂੰ ਇੰਨੀ ਬੁਖਲਾਹਟ ਕਿਉਂ ਹੋ ਰਹੀ ਹੈ? ਨਾ ਭੱਜ ਕਿਉਂ ਰਹੇ, ਨਾ ਰੌਲਾ ਕਿਉਂ ਪਾ ਰਹੇ ਹੋ? ਚੋਰ ਕੀ ਦਾੜੀ ਮੇਂ ਤਿਨਕੇ ਵਾਲੀ ਗੱਲ ਨੂੰ ਸੱਚਾਈ 'ਚ ਤਬਦੀਲ ਕਿਉਂ ਕਰ ਰਹੇ ਹੋ? ਮੈਨੂੰ ਇੱਕ ਗੱਲ ਦੱਸੋ, ਜਿਹੜਾ ਆਫੀਸਰ ਹੈ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਮੂਰੇ ਕਿਉਂ ਨਹੀਂ ਆਉਂਦਾ? ਰਿਕਾਰਡਿੰਗ ਹੈਗੀ ਆ, ਕੋਈ ਕੰਟੈਕਟ ਹੈਗਾ, ਕੋਈ ਪ੍ਰੂਫ ਹੈਗਾ, ਕੋਈ ਸੋਰਸ ਹੈ ਕਿ ਹਵਾਈ ਗੱਲਾਂ ਹੀ ਆ ਤੁਹਾਡੇ ਕੋਲ ਸਿਰਫ? ਦੂਜੀ ਗੱਲ, ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ, ਵੈਂਡੇਟਾ ਪੋਲਿਟਿਕਸ ਦੀ ਗੱਲ ਤੁਸੀਂ ਕਰਦੇ ਹੋ। ਕਲੇਰ ਸਾਹਿਬ ਵਾਸ ਸਾਇਲੈਂਟ, ਇੱਕ ਸ਼ਬਦ ਨਹੀਂ ਕਿਹਾ ਗਿਆਨੀ ਜੈਲ ਸਿੰਘ ਨੂੰ ਜਦੋਂ ਫਸਾਉਣ ਦੀ ਕੋਸ਼ਿਸ਼ ਕੀਤੀ, ਕਨਸਪੀਰੇਸੀ ਰਚੀ ਸੀ ਅਕਾਲੀ ਦਲ ਨੇ, ਤਾਂ ਕਰਕੇ ਇਹਨਾਂ ਨੂੰ ਲੱਗਦਾ ਹੈ ਕਿ ਹਰੇਕ ਪਾਰਟੀ ਵਿੱਚ ਚੱਲਦੀ ਹੈ, ਲੇਕਿਨ ਹਰੇਕ ਪਾਰਟੀ ਉਵੇਂ ਨਹੀਂ ਚੱਲਦੀ ਜਿਵੇਂ ਤੁਸੀਂ ਚੱਲਦੇ ਹੋ। ਤੀਜੀ ਗੱਲ, ਥ੍ਰੈਟਸ ਕਹਿ ਰਹੇ, ਥ੍ਰੈਟਸ ਮੈਨੂੰ ਦੱਸੋ KP ਜੀ, ਤੁਹਾਡੇ ਦਰਸ਼ਕ ਵੀ ਜਾਣਦੇ ਹੋਣਗੇ ਬਾਹਰ ਬੈਠੇ ਆ, ਕਿ ਕਿਹੜਾ ਲੀਡਰ ਹੈ ਜਿਹੜਾ ਕਹਿੰਦਾ ਹੁੰਦਾ ਮੈਂ ਲਾਲ ਡੈਰੀ, ਮੈਂ ਪੀਲੀ ਡੈਰੀ, ਮੈਂ ਕਾਲੀ ਡੈਰੀ, ਮੈਂ ਨੀਲੀ ਡੈਰੀ, ਚਾਹ ਨਾਮ ਲਿਖ ਲਿਆ, ਮੈਂ ਉਹ ਨਾਮ ਲਿਖ ਲਿਆ। ਹਰੇਕ ਨੂੰ ਪਤਾ ਕਿ ਕਿਹੜੇ ਲੀਡਰ ਦੀ ਆਦਤ ਹੈ, ਤੇ ਸ਼ੁਰੂ ਤੋਂ ਆਦਤ ਰਹੀ ਹੈ ਆਫੀਸਰਸ ਨੂੰ ਥ੍ਰੈਟ ਕਰਨ ਦੀ, ਆਰਮ ਟਵਿਸਟ ਕਰਨ ਦੀ, ਤੇ ਉਹਨਾਂ ਨੂੰ ਤੰਗ ਕਰਨ ਦੀ। ਤੇ ਸ਼ਾਇਦ ਇਹ ਕਹਿੰਦੇ ਨਾ ਕਿ there's never smoke without fire, ਇਹ ਜਿਹੜੀ ਬੌਖਲਾਹਟ ਹੈ ਨਾ, it goes on to suggest ਕਿ there is fire। ਤੇ ਖਡਿਆਲ ਸਾਹਿਬ ਇੱਕ ਲੋਕਾਂ ਵਿੱਚ ਚਰਚਾ ਵੀ ਹੈਗੀ। ਖਡਿਆਲ ਸਾਹਿਬ ਇੱਕ ਲੋਕਾਂ ਵਿੱਚ ਚਰਚਾ ਮੈਂ ਸਾਂਝੀ ਕਰਨਾ ਤੁਹਾਡੇ ਨਾਲ। ਉਹ ਕਹਿੰਦੇ ਵੀ ਤੁਸੀਂ ਦੋਨੋਂ ਜਾਣੇ ਰਲ ਕੇ ਇੱਕ ਫ੍ਰੈਂਡਲੀ ਮੈਚ ਜਿਹਾ ਖੇਡਦੇ ਪਏ ਹੋ, ਪਹਿਲਾਂ ਸੈਣੀ ਵਾਲੇ ਮਸਲੇ ਤੇ ਖੇਡਦੇ ਰਹੇ, ਹੁਣ ਇਸ ਮਸਲੇ ਤੇ ਖੇਡਦੇ ਪਏ ਹੋ, ਇਹਦੇ ਵਿੱਚ ਕੋਈ ਸੱਚਾਈ ਹੈਗੀ ਹੈ ਸਰ? ਲੋਕ ਕਹਿੰਦੇ ਐਵੇਂ ਤੁਸੀਂ ਪ੍ਰਭਾਵ ਬਣਾਈ ਜਾਂਦੇ ਹੋ ਪੋਲਿਟਿਕਸ ਦੇ ਜ਼ਰੀਏ ਆਪਣੀ ਰਣਨੀਤੀ ਸਾਬਤ ਕਰਨ ਦੇ ਲਈ, ਹੋਰ ਕੁਝ ਨਹੀਂ ਕਰਨਾ। ਨਾ ਅਕਾਲੀ ਦਲ ਵੀ ਐਵੇਂ ਬਿਆਨ ਦੇਈ ਜਾਂਦਾ, ਤੁਸੀਂ ਵੀ ਐਵੇਂ ਕਰੀ ਜਾਂਦੇ ਹੋ। ਇਹਦੇ 'ਚ ਕੋਈ ਸੱਚ ਹੈਗਾ ਸਰ ਖਡਿਆਲ ਸਾਹਿਬ? ਨਹੀਂ, ਮੈਂ ਤੁਹਾਨੂੰ ਦੱਸਦਾ ਇਹ ਸਰਾਸਰ ਬੇਸਲੈਸ ਹੈ, ਝੂਠ ਹੈ, ਦੇयर इज नो ਫੈਕਟਸ ਟੂ ਇਟ। ਦੂਜੀ ਗੱਲ ਦੇਖੋ, ਅਕਾਲੀ ਦਲ ਤਾਂ ਸਾਡਾ
ਮੈਂ ਕਹਿੰਦਾ ਆਪੋਜੀਸ਼ਨ ਵਾਲਾ ਵੀ ਸਾਨੂੰ ਪਾਰਟੀ ਲੱਗਦੀ ਨਹੀਂ, ਆਪੋਜੀਸ਼ਨ ਵਾਲੀ ਵੀ ਲੱਗਦੀ ਨਹੀਂ, ਬਿਕੋਜ਼ ਇਹਨਾਂ ਦੇ ਲੀਡਰਸ ਤੁਸੀਂ ਦੇਖੋ ਕਹਿੰਦੇ ਆ ਕਿ ਅਸੀਂ ਪਾਣੀ 'ਚ ਬੱਸਾਂ ਚਲਾਉਣੀਆਂ, ਚੰਦ ਤੇ ਲੈ ਕੇ ਜਾਣਾ। ਉਹ ਕਹਿੰਦੇ ਆ ਕਿ ਡਾਇਨਾਸੌਰ ਭਾਵੇਂ ਵਾਪਸ ਆ ਜਾਣ, ਅਕਾਲੀ ਦਲ ਨਹੀਂ ਪੰਜਾਬ 'ਚ ਵਾਪਸ ਆਊਗਾ। ਤਾਂ ਇਹਨਾਂ ਨੂੰ ਤਾਂ ਅਸੀਂ ਐਨੀਮੀ ਵੀ ਕੰਸੀਡਰ ਨਹੀਂ ਕਰਦੇ, ਆਪੋਜੀਸ਼ਨ ਵੀ ਕੰਸੀਡਰ ਨਹੀਂ ਕਰਦੇ। ਸਾਨੂੰ ਤਾਂ ਇਹ ਹੈ ਕਿ ਅਕਾਲੀ ਦਲ ਆਪ ਹੀ ਐ ਬੁਖਲਾਇਆ ਬੰਦਾ ਰੌਲਾ ਪਾਈ ਜਾਂਦਾ ਵੀ ਪਤਾ ਨਹੀਂ ਕੀ ਹੋ ਗਿਆ। ਤੁਹਾਨੂੰ ਡਰਨ ਦੀ ਅੱਛਾ ਚੀਜ਼ ਹੋਰ ਕੋੜ ਭੱਜ ਜਾਂਦੇ ਆ, ਕਦੇ ਇੱਧਰ ਭੱਜ ਜਾਂਦੇ ਆ। ਤੁਸੀਂ ਘਰੇ ਬੈਠੋ, ਆਰਾਮ ਕਰੋ, ਚਾਹ ਪੀਓ, ਠੰਡ ਹੈ, ਅੱਗ ਸੇਕੋ, ਇੰਜੋਏ ਕਰੋ ਲਾਈਫ ਨੂੰ। ਦੂਜਿਆਂ ਦੀ ਲਾਈਫ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਡਰ ਲੱਗਦਾ। ਚਲੋ ਮਿਸਟਰ ਕਲੇਰ, ਉਹ ਤੁਹਾਡੇ ਬਾਰੇ ਵਾਰ-ਵਾਰ ਕਹਿ ਰਹੇ, ਤੁਸੀਂ ਕਿਉਂ ਡਰਦੇ ਫਿਰਦੇ ਹੋ? KP ਜੀ, ਪਹਿਲੀ ਗੱਲ ਤਾਂ ਸਾਡੀ ਗੱਲ ਅੱਜ ਸਾਡੀ ਐਪਰੀਹੈਂਸ਼ਨ ਦੀ ਨਹੀਂ, ਗੱਲ ਸਰਕਾਰ ਦੀ ਮਾੜੀ ਇੰਟੈਂਸ਼ਨ ਦੀ। ਔਰ ਪਤਾ ਖੜਿਆਲ ਸਾਹਿਬ ਚਿੱਠੀ CM ਐਂਡੋਰਸ ਕਰ ਗਿਆ, ਅਸਥਾਨਾ ਸਾਹਿਬ ਨੇ ਸਵਾਲ ਚੱਕੇ ਨੇ, ਉਹਦਾ ਜਵਾਬ ਦੇਣ ਦੀ ਬਜਾਏ ਇੱਧਰ ਉੱਧਰਲੀਆਂ ਗੱਲਾਂ ਮਾਰ ਕੇ ਨਹੀਂ ਉਰੇ ਸਰਨਾ। ਉਹ ਗੱਲਾਂ ਦਾ ਜਵਾਬ ਦੇਣਾ ਪੈਣਾ, ਕਿਉਂਕਿ ਹੁਣ ਮੁੱਖ ਮੰਤਰੀ ਨੇ ਕਹਿਤਾ ਕਿ ਚਿੱਠੀ ਅਸਥਾਨਾ ਦੀ ਹੈ, ਲੀਕ ਹੋਈ ਹੈ, ਤਾਂ ਹੀ ਤਾਂ ਪਰਚਾ ਦੇਣ ਦੀ ਗੱਲ ਕਰਦੇ ਹੋ ਨਾ ਤੁਸੀਂ। ਔਰ ਦੂਜੀ ਗੱਲ ਹੈ, ਇਹ ਜਿਹੜਾ ਨਵਜੋਤ ਸਿੱਧੂ ਪ੍ਰਧਾਨ ਹੈ, ਇਹਨੂੰ ਸਮਝਾਓ ਜਿਹੜਾ ਰੋਜ਼ ਨਾਮ ਲੈਂਦਾ ਬੈਠ ਕੇ। ਸੁੱਖੀ ਰੰਧਾਵਾ ਜੀ ਨੂੰ ਸਮਝਾਓ ਜਿਹੜਾ ਨਾਂ ਲੈਂਦਾ ਹੈ। ਔਰ ਇਸੇ ਨਵਜੋਤ ਸਿੱਧੂ ਦੇ ਖਿਲਾਫ ਹਾਈ ਕੋਰਟ ਦੀ ਬਾਹਰ ਦੀ ਐਗਜ਼ੈਕਟਿਵ ਨੇ ਕੰਟੈਂਪਟ ਮੂਵ ਕੀਤੀ ਹੈ ਕਿ ਹਾਈ ਕੋਰਟ ਦੀ ਅਥਾਰਟੀ ਨੂੰ ਅੰਡਰਮਾਈਨ ਕਰਦਾ ਹੈ। ਔਰ ਤੀਜੀ ਗੱਲ, ਸ਼੍ਰੋਮਣੀ ਅਕਾਲੀ ਦਲ ਤਾਂ ਉਰੀ ਹੈ, ਆਹੀ ਜਥੇਬੰਦੀ ਹੈ ਉਰੇ। ਇਸ ਤੋਂ ਪਹਿਲਾਂ ਵੀ 10 ਸਾਲ ਸਰਕਾਰ ਰਹੀ ਹੈ, ਹੁਣ ਵੀ ਆ ਰਹੀ ਹੈ। ਔਰ ਹਾਂ, ਚਲਾਈਆਂ ਨੇ ਪਾਣੀ 'ਚ ਬੱਸਾਂ, ਕਿਉਂਕਿ ਲੋਕਾਂ ਨਾਲ ਵਾਅਦੇ ਕੀਤੇ ਸੀ। ਤੁਹਾਡੇ ਵਾਂਗੂ ਐਡੀ ਗਿਰੇ ਹੋਏ ਜ਼ਮੀਰ ਨਹੀਂ ਕਿ ਗੁਟਕਾ ਸਾਹਿਬ ਚੱਕ ਕੇ ਘਰ ਘਰ ਨੌਕਰੀ ਦੀ ਗੱਲ ਕਰ ਦਈਏ ਮੁੱਕਰ ਜੀਏ, ਕਿਸਾਨੀ ਕਰਜ਼ਾ ਮਾਫੀ ਦੀ ਗੱਲ ਕਰੀਏ ਮੁੱਕਰ ਜੀਏ। ਸੋ ਇਹ ਜ਼ਮੀਰਾਂ ਦੀ ਗੱਲ ਨੇ, ਤੁਹਾਡੇ ਵਾਂਗੂ ਜ਼ਮੀਰਾਂ ਮਰੀਆਂ ਨਹੀਂ। ਔਰ ਜਿਹੜੀ ਤੀਜੀ ਗੱਲ ਹੈ, ਮੈਂ ਅੱਜ ਇੱਕ ਗੱਲ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਤੁਹਾਨੂੰ ਚੈਲੰਜ ਕਰਦਾ ਹੈ, ਪੌਣੇ 5 ਸਾਲ ਹੋ ਗਏ ਚੈਲੰਜ ਕਰਦੇ ਨੂੰ। ਅਰੇ ਜੇ ਤੰਤ ਹੈਗਾ ਤਾਂ ਕਾਰਵਾਈ ਕਰਕੇ ਦਿਖਾਓ ਨਾ। ਪ੍ਰਧਾਨ ਨੂੰ ਕੋ ਟਵਿੱਟਰ ਤੇ ਕੀ ਕਾਰਵਾਈ ਕਰਦਾ, ਪ੍ਰੈਸ ਰਿਲੀਜ਼ 'ਚ ਕੀ ਕਾਰਵਾਈ ਕਰਦਾ? ਜੇ ਕਰਨੀ ਹੈ ਤਾਂ ਕਰਕੇ ਦਿਖਾਓ। ਇਹ ਕਾਂਗਰਸੀਆਂ ਨੂੰ ਵਿੱਚ ਬਹਿ ਕੇ ਜਿਹੜੇ ਤੁਸੀਂ ਆ ਗਿੱਦੜ ਧਮਕੀਆਂ ਦਿੰਦੇ ਹੋ, ਇਹਦੀ ਆਦਤ ਛੱਡ ਦਿਓ ਮੈਦਾਨ 'ਚ। ਔਰ ਜਿਹੜੀ ਤੀਸਰੀ ਵੱਡੀ ਗੱਲ ਹੈ, ਗਿਆਨੀ ਜੈਲ ਸਿੰਘ, ਅਰੇ ਗਿਆਨੀ ਜੈਲ ਸਿੰਘ ਹੋਵੇ, ਬੇਅੰਤ ਸਿੰਘ ਹੋਵੇ, ਇਹਨਾਂ ਨੂੰ ਤਾਂ ਅਸੀਂ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਦੇ ਆ, ਕਿਉਂਕਿ ਹਰਮੰਦਰ ਸਾਹਿਬ ਢਾਹ ਢੇਰੀ ਉਦੋਂ ਹੋਇਆ ਜਦੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ। ਇਹ ਸਾਡੀ ਮੰਦਭਾਗੀ ਹੈ ਕਿ ਇੱਕ ਸਿੱਖ ਰਾਸ਼ਟਰਪਤੀ ਸੀ, ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ ਉਡਾਤਾ। 84 ਦੇ ਦੰਗੇ ਉਦੋਂ ਹੋਏ ਜਦੋਂ ਇੱਕ ਸਿੱਖ ਰਾਸ਼ਟਰਪਤੀ ਦੰਗੇ ਨਹੀਂ ਸੀਗੇ ਮਿਸਟਰ ਕਲੇਰ, ਦੰਗੇ ਨਹੀਂ ਸੀਗੇ ਰਾਸ਼ਟਰਪਤੀ ਆ ਗਿਆਨੀ ਜੈਲ ਸਿੰਘ ਦੀ ਗੱਲ ਨਾ ਮਿਸਟਰ ਕਲੇਰ, ਦੰਗੇ ਨਹੀਂ ਸੀ, ਉਹ ਕਤਲੇਆਮ ਸੀਗਾ। ਮੈਂ ਬਿਲਕੁਲ ਕਹਿੰਦਾ ਸਿੱਖਾਂ ਨੂੰ ਚੁਣ ਕੇ ਮਾਰਿਆ ਗਿਆ, ਨਸਲ ਕੁਸ਼ੀ ਕੀਤੀ। ਔਰ ਉਦੋਂ ਰਾਸ਼ਟਰਪਤੀ ਸੀ, ਉਹਦਾ ਕੀ ਐਗਜ਼ਾਮਪਲ ਦਿੰਦੇ ਤੁਸੀਂ ਇਹ ਚੈਨਲ ਤੇ ਬੈਠ ਕੇ? ਇੱਕ ਮਿੰਟ ਕਲੇਰ, ਵਧੀਆ ਹੋਇਆ ਜੇ ਉਸ ਬੰਦੇ ਨੇ ਇੱਕ ਮਿੰਟ ਮਿਸਟਰ ਖੜਿਆਲ, ਕਲੇਰ ਸਾਹਿਬ, ਮਿਸਟਰ ਸੈਣੀ ਬਾਰੇ ਕੀ ਕਹੋਗੇ ਤੁਸੀਂ? ਮਿਸਟਰ ਡੀਜੀਪੀ ਇਹਨਾਂ ਨੇ ਲਾਇਆ ਸੀਗਾ ਅਕਾਲੀ ਦਲ ਨੇ, ਬਾਰੇ ਕੀ ਕਹੋਗੇ ਤੁਸੀਂ? ਮੈਂ ਡੀਜੀਪੀ ਅਕਾਲੀ ਦਲ ਨੇ ਲਾਇਆ। ਅਗਰ ਸੁਮੇਧ ਸੈਣੀ ਨੂੰ ਲਾਉਣਾ ਸਾਡੀ ਗਲਤੀ ਸੀ, ਸ਼੍ਰੋਮਣੀ ਅਕਾਲੀ ਦਲ ਨੇ ਮੰਨਿਆ। ਪਰ ਸੁਮੇਧ ਸੈਣੀ ਨੇ ਜਿਹੜੀਆਂ ਕਰਤੂਤਾਂ ਕੀਤੀਆਂ, ਜਦੋਂ ਉਹ ਸਾਰਾ ਕੁਝ ਕੀਤਾ, ਉਹ ਕਿਹਦੀ ਸਰਕਾਰ 'ਚ ਕੀਤਾ? ਬੇਅੰਤ ਸਿੰਘ ਦੀ ਸਰਕਾਰ 'ਚ ਕੀਤਾ। KPS ਗਿੱਲ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਉਹ ਕਾਂਗਰਸ ਨੇ ਲਾਇਆ। ਤੇ ਅੱਜ ਉਸੇ ਬੇਅੰਤ ਸਿੰਘ ਦੇ ਪਰਿਵਾਰ ਨੂੰ ਕਾਂਗਰਸ ਨੇ ਗੁਰਕੀਰਤ ਕੋਟਲੀ ਮੰਤਰੀ ਬਣਾਇਆ ਹੋਇਆ ਹੈ, ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਬਣਾਇਆ ਹੋਇਆ ਹੈ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਿਹਨੂੰ ਨਹੀਂ ਇਹਨਾਂ ਨੇ ਤਰੱਕੀ ਦਿੱਤੀ, ਇਹਨਾਂ ਨੇ ਸਿੱਖਾਂ ਦੇ ਸਿਰ ਤੇ ਪੈਰ ਰੱਖੇ। ਸੋ ਇਹ ਜਿਹੜੀਆਂ ਗੱਲਾਂ ਖੜਿਆਲ ਸਾਹਿਬ, ਇਹ ਗੱਲਾਂ ਨਹੀਂ ਹੋਣੀਆਂ। ਆਪਾਂ ਕਲੇਰ ਸਾਹਿਬ, ਹੋਵੇ ਚਾਹੇ ਬੇਦੋਸ਼ੀਆਂ ਦਾ ਖੂਨ ਹੋਵੇ, ਇਹ ਕਾਂਗਰਸ ਰੰਗੀ ਹੋਈ ਉਹਦੇ ਨਾਲ। ਕਲੇਰ ਸਾਹਿਬ, ਆਪਾਂ ਡਿਬੇਟ ਨੂੰ ਡਾਈਵਰਟ ਕਰ ਰਹੇ ਹਾਂ। ਹਾਂ ਮਿਸਟਰ ਖੜਿਆਲ, ਇਹਨਾਂ ਨੂੰ ਇਹ ਪੁੱਛੋ ਕਿ ਜਨਰਲ ਡਾਇਰ ਨੂੰ ਡਿਨਰ ਕੌਣ ਕਰਾਉਂਦਾ ਹੈ? ਲੈਵਿਸ਼ ਸਬੂਤ ਖੜਿਆਲ ਸਾਹਿਬ, ਚੈਲੰਜ ਹੈ, ਚੈਲੰਜ ਹੈ। ਇਹ ਵੀ ਨਵਜੋਤ ਸਿੱਧੂ ਦੀ ਬਕਵਾਸ ਹੈ। ਇੱਕ ਮਿੰਟ ਵੀ ਆਪਾਂ ਭਾਸ਼ਾ ਸੰਜਮ ਰੱਖੀਏ, ਭਾਸ਼ਾ ਸੰਜਮ ਰੱਖੀਏ ਪਲੀਜ਼। ਮਿਸਟਰ ਕਲੇਰ ਇੱਕ ਮਿੰਟ, ਮਿਸਟਰ ਖੜਿਆਲ ਇੱਕ ਮਿੰਟ, ਮਿਸਟਰ ਕਲੇਰ ਇੱਕ ਮਿੰਟ ਪਲੀਜ਼, ਮਿਸਟਰ ਕਲੇਰ, ਮਿਸਟਰ ਕਲੇਰ ਇੱਕ ਮਿੰਟ, ਮਿਸਟਰ ਕਲੇਰ ਇੱਕ ਮਿੰਟ, ਮਿਸਟਰ ਖੜਿਆਲ, ਮਿਸਟਰ ਖੜਿਆਲ, ਮਿਸਟਰ ਖੜਿਆਲ, ਜਵਾਬ ਮਿਸਟਰ ਖੜਿਆਲ, ਮਿਸਟਰ ਖੜਿਆਲ, ਮਿਸਟਰ ਖੜਿਆਲ, ਮਿਸਟਰ ਖੜਿਆਲ, ਜਿਹੜੇ ਸਵਾਲ ਤੁਸੀਂ ਚੱਕਦੇ ਪਿਓ ਨਾ ਸਰ, ਇਹ ਸਵਾਲ ਉਦੋਂ ਵੀ ਚੱਕੇ ਸੀ ਜਦੋਂ 2017 ਦੇ ਵਿੱਚ ਤੁਸੀਂ ਚੋਣ ਪ੍ਰਚਾਰ ਕੀਤਾ ਸੀ। ਅੱਜ ਤੱਕ ਕੀ ਕਰ ਲਿਆ ਸਰ? ਨੰਬਰ 1, ਪਹਿਲੀ ਗੱਲ ਤਾਂ ਮੈਂ ਦੱਸ ਦੇਣਾ ਚਾਹਣਾ ਕਿ ਜਨਰਲ ਡਾਇਰ ਨੂੰ ਡਿਨਰ ਕਰਾਉਂਦੇ ਰਹੇ ਆ, ਇਹਨਾਂ ਨੂੰ ਪਤਾ ਹੈ। ਤੇ ਉਹਦੇ ਬਾਵਜੂਦ ਇਹਨਾਂ ਨੇ ਮਾਫੀ ਨੇ ਜਿਹੜਾ ਹਿਸਟਰੀ ਦੇ ਵਿੱਚ ਕੋਈ ਹਿਸਟੋਰੀਅਨ ਦਾ ਸਬੂਤ ਹੈਗਾ ਇੱਕ ਮਿੰਟ ਕਿ ਨਵਜੋਤ ਸਿੱਧੂ ਦੀ ਗੱਲ ਕਰਦੇ ਆਪਾਂ ਡਿਬੇਟ ਨੂੰ ਡੀਰੇਲ ਕਰ ਰਹੇ ਹਾਂ। ਇੱਕ ਮਿੰਟ ਆਪਾਂ ਯਾਰ ਗੱਲਾਂ ਉਹ ਕਰੋ ਖੜਿਆਲ ਸਾਹਿਬ, ਜਿਹਦੀ ਕੋਈ ਸਬੂਤ ਹੋਵੇ, ਕੋਈ ਗੱਲ ਹੋਵੇ ਤਾਂ। ਇੱਕ ਮਿੰਟ ਕਲੇਰ ਸਾਹਿਬ, ਕਲੇਰ ਸਾਹਿਬ ਇੱਕ ਮਿੰਟ, ਕਲੇਰ ਸਾਹਿਬ ਇੱਕ ਮਿੰਟ, ਮਿਸਟਰ ਖੜਿਆਲ ਆਪਾਂ ਪੁਆਇੰਟ ਤੇ ਰਹੀਏ ਪਲੀਜ਼, ਪੁਆਇੰਟ ਤੇ ਰਹੀਏ। ਹਾਂ ਦੇਖੋ, ਨੰਬਰ ਇਹਨਾਂ ਨੇ ਦਰਬਾਰ ਸਾਹਿਬ ਦੀ ਗੱਲ ਕੀਤੀ। ਮੈਂ ਦੱਸਣਾ ਚਾਹਣਾ ਕਿ ਰਾਹੁਲ ਗਾਂਧੀ ਜੀ ਨੇ ਪਾਰਲੀਮੈਂਟ ਦੇ ਵਿੱਚ ਦਰਬਾਰ ਸਾਹਿਬ ਆ ਕੇ ਮਾਫੀ ਮੰਗੀ ਹੈ। ਇੱਥੋਂ ਅਸੀਂ ਮੰਨ ਤਾਂ ਲਿਆ, ਰਿਗਰੈਟ ਵੀ ਹੈਵ ਰਿਗਰੈਟਸ, ਵੀ ਅਪੋਲੋਜਾਈਜ਼ ਫॉर ਇਟ, ਲੇਕਿਨ ਤੁਸੀਂ
ਜਨਰਲ ਡਾਇਰ ਨੂੰ ਡਿਨਰ ਜਗਦੀਸ਼ ਟਾਈਟਲਰ ਨੂੰ ਕਿਹਨੇ ਅਹੁਦਾ ਦਿੱਤਾ ਇੱਕ ਮਿੰਟ ਪਲੀਜ਼ ਹੁਣ ਚੁੱਪ ਕਰ ਜਾਓ ਕਲੀਅਰ ਸਾਹਿਬ ਇਹ ਆਪਾਂ ਡਿਬੇਟ ਨੂੰ ਡੀਰੇਲ ਕਰਦੇ ਨੇ ਇੱਕ ਮਿੰਟ ਮੈਂ ਵਾਰ-ਵਾਰ ਤੁਹਾਨੂੰ ਜਿਹੜੀ ਜਨਰਲ ਡਾਇਰ ਵਾਲੀ ਗੱਲ ਦਾ ਸਬੂਤ ਲਿਆਓ ਇੱਕ ਮਿੰਟ ਪਲੀਜ਼ ਮਿਸਟਰ ਲਿਆਓ ਸਬੂਤ ਇੱਕ ਮਿੰਟ ਪਲੀਜ਼ ਉਹਦਾ ਸਬੂਤ ਲਿਆ ਇੱਕ ਮਿੰਟ ਪਲੀਜ਼ ਇੱਕ ਮਿੰਟ ਕਲੀਅਰ ਸਾਹਿਬ ਇੱਕ ਮਿੰਟ ਮੈਂ ਥੋੜਾ ਬ੍ਰੇਕ ਲੈ ਰਿਹਾ ਮੈਂ ਬ੍ਰੇਕ ਲੈਣੀ ਪੈਣੀ ਮੈਨੂੰ ਫਿਰ ਜੇ ਤੁਸੀਂ ਇਦਾਂ ਕਰੋਗੇ ਮੈਨੂੰ ਬ੍ਰੇਕ ਲੈਣੀ ਪੈਣੀ ਇਦਾਂ ਨਾ ਕਰੋ ਪਲੀਜ਼ ਮਿਸਟਰ ਖੜਿਆਲ ਇੱਕ ਮਿੰਟ ਸਰ ਤੁਹਾਨੂੰ ਬਹੁਤ ਟਾਈਮ ਦਿੱਤਾ ਮੈਂ ਖੜਿਆਲ ਸਾਹਿਬ ਹੁਣ ਰੁਕ ਜਾਓ ਪਲੀਜ਼ ਰਵਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਇਹ ਡਿਬੇਟ ਕੀ ਦੱਸੂਗੀ ਡਿਬੇਟ ਤੇ ਮਿਸਟਰ ਰਵਿੰਦਰ ਪੰਜਾਬ ਦੇ ਲੋਕਾਂ ਨੂੰ ਇਹ ਡਿਬੇਟ ਕੀ ਦੱਸੂਗੀ ਕੇਪੀ ਜੀ ਇਹ ਡਿਬੇਟ ਨੰਗਾ ਕਰ ਰਹੀ ਹੈ ਪਿਛਲੇ 20 ਸਾਲ ਦਾ ਜਿਹੜਾ 75 25 ਦਾ ਸਿਸਟਮ ਚਲਾਇਆ ਹੋਇਆ ਦੋਨੇ ਪਾਰਟੀਆਂ ਨੇ ਰਲ ਕੇ ਪੰਜਾਬ ਨੂੰ ਰੱਜ ਕੇ ਲੁੱਟਿਆ ਜਿਹੜੀ ਪੰਥਕ ਪਾਰਟੀ ਕਹਾਉਂਦੀ ਹੈ ਆਪਣੇ ਆਪ ਨੂੰ ਕਿੱਦਾਂ ਸਰਸੇ ਵਾਲਿਆਂ ਦੇ ਲੇਲੜੀਆਂ ਕੱਢਦੇ ਰਹੇ ਆ ਕੀ ਸਾਰਾ ਕੰਮ ਹੋਇਆ ਉਹਦੇ 'ਚ ਜਿਹੜੇ ਅੱਜ ਗੱਲ ਕਰ ਰਹੇ ਨੇ ਸੈਣੀ ਨੂੰ ਇੰਨਾ ਮੰਦਾ ਚੰਗਾ ਬੋਲ ਰਹੇ ਨੇ 4 IPS ਅਫਸਰਾਂ ਨੂੰ ਬਾਈਪਾਸ ਕਰਕੇ DGP ਇਹਨਾਂ ਨੇ ਹੀ ਲਾਇਆ ਚੰਮਦੀਆਂ ਚਲਾਈਆਂ ਨੇ ਉਸ ਟਾਈਮ ਕਿਹੜਾ ਨਹੀਂ ਪਤਾ ਸੀਗਾ ਵੀ ਕਿਹੜੀ ਪੰਜਾਬ ਦੀ ਨਸਲਕੁਸ਼ੀ ਦੇ ਵਿੱਚ ਇਹਨੇ ਕੀ ਯੋਗਦਾਨ ਪਾਇਆ ਤੇ ਮੈਂ ਜਿਹੜੀ ਕਾਂਗਰਸ ਵੀ ਹੈ ਕਾਂਗਰਸ ਨੇ ਵੀ ਬਹੁਤ ਵੱਡੀ ਰਵਿੰਦਰ ਸਿੰਘ ਇੱਕ ਮਿੰਟ ਸਰ ਆਪਾਂ ਫੈਕਟਸ ਤੇ ਗੱਲ ਕਰੀ ਨਾ ਰਵਿੰਦਰ ਸਿੰਘ ਚਟੋਪਾਧਿਆਏ ਨੂੰ ਚੈਲੰਜ ਕੀਤਾ ਜਾ ਸਕਦਾ ਵੀ ਗਲਤ ਲਾਤਾ ਇਹਨਾਂ ਨੇ ਸਰ 15 ਦਿਨ ਦੀ ਸਰਕਾਰ ਸਰ ਉਹ 15 ਦਿਨ ਦੀ ਸਰਕਾਰ ਛੱਡੋ ਨਾ ਤੁਸੀਂ ਮੇਰਾ ਸਵਾਲ ਇਹ ਹੈ ਸਰ ਚੈਲੰਜ ਕੀਤਾ ਜਾ ਸਕਦਾ ਚਟੋਪਾਧਿਆਏ ਨੂੰ ਗਲਤ ਲਾਇਆ ਇਹਨਾਂ ਨੇ ਮੈਂ ਕਹਿੰਦਾ ਉਹਨਾਂ ਨੇ ਤਾਂ ਆਪ ਪਟੀਸ਼ਨ ਪਾਈ ਸੀ ਕਿ ਜਿਸ ਟਾਈਮ ਦਿਨਕਰ ਗੁਪਤਾ ਜੀ ਨੂੰ ਲਵਾਇਆ ਕਿ ਮੇਰਾ ਰਾਈਟ ਬਣਦਾ ਉਹਨਾਂ ਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਸਹੀ ਹੋ ਗਿਆ ਨਾ ਚਟੋਪਾਧਿਆਏ ਲਾਇਆ ਸਹੀ ਹੋ ਗਿਆ ਫਿਰ ਬਿਲਕੁਲ ਤੁਹਾਡੀ ਗੱਲ ਹੈ ਪਰ ਉਹਨਾਂ ਨੂੰ ਲਾਣ ਦੇ ਤਰੀਕੇ ਦੇ ਉੱਪਰ ਸਵਾਲੀਆ ਨਿਸ਼ਾਨ ਸੀਗੇ ਜਿੱਦਾਂ 5 ਅਕਤੂਬਰ ਨੂੰ ਜਿਹੜੀ ਗਈ ਸੀਗੀ ਉੱਥੇ ਆਪਣਾ ਇਹਨਾਂ ਦੀ ਮੀਟਿੰਗ ਹੋਈ ਸੀਗੀ ਉਸ ਦੇ ਵਿੱਚ ਪੈਨਲ ਦੇ ਵਿੱਚ ਵੀ ਨਾਮ ਨਹੀਂ ਸੀਗਾ ਹੋਰ ਸਾਰੀਆਂ ਗੱਲਾਂ ਭਗਵੰਤ ਮਾਨ ਸਾਹਿਬ ਕਹਿ ਵੀ ਰਹੇ ਸੀਗੇ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਇਸ ਡਿਬੇਟ ਤੋਂ ਕੀ ਨਿਕਲੂਗਾ ਮੈਂ ਉਹਨੂੰ ਕਨਕਲੂਡ ਕਰ ਦਿੰਦਾ ਇਸ ਡਿਬੇਟ ਤੋਂ ਨੰਗਾ ਹੁੰਦਾ ਪਿਛਲੇ 20 ਸਾਲ ਦਾ ਦੋਨੋਂ ਪਾਰਟੀਆਂ ਦਾ ਸੱਚ ਕਾਂਗਰਸ ਤੇ ਅਕਾਲੀ ਦਲ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਕੇ ਇੱਕ ਦੂਜੇ ਤੇ ਉਂਗਲੀਆਂ ਚੱਕ ਕੇ ਦੋਨਾਂ ਨੇ ਰਲ ਕੇ ਪੰਜਾਬ ਨੂੰ ਲੁੱਟਿਆ 75-25 ਦਾ ਆંકੜਾ ਚਲਾ ਕੇ ਪੰਜਾਬ ਨੂੰ ਲੁੱਟਿਆ ਪ੍ਰਿਤਪਾਲ ਸਿੰਘ ਵਾਲੀਵਾਲ ਇਹ ਤਬਦੀਲੀਆਂ ਦਾ ਟ੍ਰੈਂਡ ਹੈ ਜਿਹੜਾ ਉਹਦੇ ਨਾਲ ਪੰਜਾਬ ਨੂੰ ਕੁਝ ਹਾਸਲ ਹੋਊਗਾ ਜਾਂ ਸਿਰਫ ਤੁਸੀਂ ਸਾਰੇ ਲੋਕ ਪੋਲਿਟਿਕਸ ਕਰੋਗੇ ਬਸ ਇਸ ਮੁੱਦੇ ਤੇ ਦੇਖੋ ਕੇਪੀ ਦੀ ਗੱਲ ਇਹ ਆ ਮੈਂ ਤਾਂ ਕੁਝ ਚੀਜ਼ਾਂ ਪੁੱਛੀਆਂ ਸੀਗੀਆਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੁੱਛੀ ਸੀ ਬਾਕੀ ਚੀਜ਼ਾਂ ਪੁੱਛੀਆਂ ਸੀ 15 ਦਿਨ ਦੀ ਸਰਕਾਰ ਦਾ ਟਾਈਮ 15 ਦਿਨ ਦੇ DGP ਹੋਣਗੇ ਚਟੋਪਾਧਿਆਏ ਜੀ ਕਿਉਂਕਿ UPSC ਦੇ ਵਿੱਚ ਵੀ ਉਹਨਾਂ ਦਾ ਨਾਮ ਨਹੀਂ ਗਿਆ ਹੋਇਆ ਕਿਉਂਕਿ ਰਿਟਾਇਰਮੈਂਟ ਤੇ ਹੈਗੇ ਨੇ ਸੋ ਉਹ UPSC ਦਾ ਪੈਨਲ ਅਗਰ ਕੱਲ ਨੂੰ ਅਗਰ ਉਹਨਾਂ ਨੇ ਭੇਜਤਾ ਤਾਂ ਚਟੋਪਾਧਿਆਏ ਜੀ ਕੀ ਕਰਨਗੇ ਫਿਰ ਮੈਨੂੰ ਲੱਗਦਾ ਇੱਕ ਹੋਰ ਨਵਾਂ DGP ਪੰਜਾਬ ਨੂੰ ਮਿਲੂਗਾ ਸੋ ਗੱਲਾਂ ਇਹ ਨਹੀਂ ਹੈਗੀਆਂ ਅਗਰ ਆਪਾਂ ਮੀਡੀਆ ਦੇ ਵਿੱਚ ਡਿਵਰਸ਼ਨ ਲੈ ਕੇ ਆਉਣੀ ਆ ਇਹਦੇ ਇਸ਼ੂ ਕ੍ਰੀਏਟ ਕਰਕੇ ਕਿ 1 ਦਿਨ ਟਪਾ ਲਈਏ 4 ਦਿਨ ਟਪਾ ਲਈਏ ਕਿ ਨਵਾਂ DGP ਆ ਗਿਆ ਉਹ ਇਹ ਹੱਲ ਕਰ ਦੂਗਾ ਇੱਕ ਹਫ਼ਤੇ ਦੀਆਂ ਡਿਬੇਟਸ ਆਫ ਡਿਸਕਸ਼ਨਸ ਇਸ ਤੇ ਹੋ ਜਾਣ ਕੰਮ ਡਿਲੀਵਰ ਕਰਕੇ ਦਿਖਾਓ ਨਵਜੋਤ ਸਿੰਘ ਸਿੱਧੂ ਜਿਹੜਾ 18 ਨਿਯੁਕਤੀ ਪ੍ਰੋਗਰਾਮ ਲੈ ਕੇ ਆਇਆ ਸੀ ਵੱਡੀਆਂ ਗੱਲਾਂ ਕਰਦਾ ਸੀਗਾ ਉਹ ਇਹਨਾਂ ਗੱਲਾਂ ਦੇ ਵਿੱਚ ਹੁਣ ਚੁੱਪ ਕਿਉਂ ਹੋ ਗਿਆ ਹੈ ਕਿਉਂਕਿ ਉਹਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਗੱਲ ਮੰਨਣੀ ਸ਼ੁਰੂ ਹੋ ਗਿਆ ਹੈ ਉਹਨੇ AG ਵੀ ਬਦਲਾਤਾ ਤੇ ਹੁਣ DG ਵੀ ਬਦਲਾਤਾ ਨਵੇਂ AG ਨੇ ਬਾਲਾਂ ਦੀਆਂ ਬੱਸਾਂ ਛੁਟਾਤੀਆਂ ਉਹ ਨਿਕੰਮਾ ਨਿਕਲਿਆ ਬਾਕੀ ਕਿਸਾਨ ਦੇ ਹਜੇ ਕੱਲ ਕਿਉਂ ਨਹੀਂ ਲਿਫਾਫਾ ਖੁੱਲਿਆ ਉਹ ਡਰੱਗ ਵਾਲੀ ਰਿਪੋਰਟ ਦਾ ਬਲੀਵਾਲ ਸਾਹਿਬ ਜਿਹੜੇ ਤੁਹਾਡੇ ਵੇਲੇ AG ਸੀਗੇ ਉਹਨਾਂ ਦੀ ਕੋਈ ਇੱਕ ਕੇਸ ਦੱਸ ਦਿਓ ਜਿੰਦੇ ਵਿੱਚ ਪੰਜਾਬ ਸਰਕਾਰ ਜਿੱਤੀ ਹੋਵੇ ਬਲੀਵਾਲ ਸਾਹਿਬ ਮੈਂ ਇੱਕ ਗੱਲ ਕਰ ਰਿਹਾ ਜੀ ਸਾਡੇ ਵਾਲਾ ਠੀਕ ਸੀ ਸਾਡੇ ਵਾਲਾ ਮਾੜਾ ਸੀ ਅਸੀਂ ਹੁਣ ਸਰਕਾਰ ਦਾ ਹਿੱਸਾ ਨਹੀਂ ਹੈਗੇ ਠੀਕ ਹੈ ਜਿਹੜੇ ਉਹਨੇ ਚੰਗੇ ਕੰਮ ਕੀਤੇ ਆ ਜਿੱਤੇ ਨੇ ਕੇਸ ਉਹ ਲੋਕਾਂ ਦੇ ਸਾਹਮਣੇ ਮੈਂ ਤਾਂ ਪੁੱਛਿਆ ਸੀ ਮੇਰ ਸੈਣੀ ਕਿਨੇ ਅੰਦਰ ਕੀਤਾ ਬਲੀਵਾਲ ਸਾਹਿਬ ਇੱਕ ਮਿੰਟ ਸਰ ਸਵਾਲ ਤਾਂ ਸੁਣ ਲਓ ਬਲੀਵਾਲ ਸਾਹਿਬ ਸਵਾਲ ਤਾਂ ਸੁਣ ਲਓ ਸਰ ਮੈਂ ਤੁਹਾਡੇ ਤੋਂ ਤਾਂ ਪੁੱਛ ਰਿਹਾ ਕਿਉਂਕਿ ਤੁਸੀਂ ਕਿਹਾ ਸੀ ਜਦੋਂ ਅਸੀਂ ਪ੍ਰਚਾਰ ਕਰਨ ਜਾਵਾਂਗੇ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਕੁਝ ਤੁਸੀਂ ਸੋਸ਼ਲ ਮੀਡੀਆ ਤੇ ਰਿਪੋਰਟ ਕਾਰਡ ਪਾਉਣੇ ਵੀ ਸ਼ੁਰੂ ਕਰਤੇ ਇਸ MLA ਨੂੰ ਆ ਦਿੱਤਾ ਇਸ ਹਲਕੇ ਨੂੰ ਆ ਦਿੱਤਾ ਮੈਂ ਤਾਂ ਪੁੱਛ ਰਿਹਾ ਸਰ ਲੋਕ ਪੁੱਛਣਗੇ DGP ਨੇ ਕੀ ਕੀਤਾ ਤੁਹਾਨੂੰ ਜਵਾਬ ਦੇਣਾ ਪੈਣਾ AG ਨੇ ਕੀ ਕੀਤਾ ਤੁਹਾਨੂੰ ਜਵਾਬ ਦੇਣਾ ਪੈਣਾ ਬਲੀਵਾਲ ਸਾਹਿਬ ਤਾਂ ਜਵਾਬ ਪੁੱਛ ਰਿਹਾ ਲੋਕਾਂ ਜਾਓਗੇ ਉਹ ਪਹਿਲਾਂ ਪੁੱਛਣਗੇ ਮੈਂ ਤਾਂ ਪਹਿਲਾਂ ਇਸ ਕਰਕੇ ਸਾਫ਼ ਕਰ ਰਿਹਾ ਨਾ ਮੈਂ ਲੋਕਾਂ ਨੇ ਪੁੱਛਣਾ ਤੁਹਾਡੇ MLA ਨੇ ਕੀ ਕੀਤਾ ਤੁਹਾਡੇ DGP ਨੇ ਕੀ ਕੀਤਾ ਜਾਂ ਤੁਹਾਡੇ AG ਨੇ ਕੀ ਕੀਤਾ ਇਹ ਨਹੀਂ ਪੁੱਛਣਾ ਤੁਸੀਂ ਕਿਹੜੇ ਕੰਮ ਲੋਕਾਂ ਲਈ ਕੀਤੇ ਨੇ DGP ਉਹੀ ਆ ਮੈਂ ਇੱਕ ਗੱਲ ਕਹਿ ਰਿਹਾ ਜੇ ਮੈਂ ਸਮੇਤ ਸੈਣੀ ਦਾ ਨਾਮ ਹਿੱਕ ਠੋਕ ਕੇ ਕਹਿ ਰਿਹਾ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਅੰਦਰ ਹੋਰ ਕਿਸੇ ਨੇ ਆ ਕੇ ਨਹੀਂ ਕੀਤਾ ਜੇ IG ਅੰਦਰ ਕੀਤਾ
ਐਸਪੀ ਅੰਦਰ ਕੀਤੇ, ਬਾਕੀ ਚੀਜ਼ਾਂ ਕੀਤੇ, ਕੇਸਾਂ ਦੇ ਵਿੱਚ ਅੰਦਰ। ਯਾਰ ਤੁਸੀਂ ਕੀ ਗੱਲਾਂ ਕਰੋਗੇ? ਆਮ ਆਦਮੀ ਪਾਰਟੀ ਵਾਲੇ ਤਾਂ ਪਹਿਲਾਂ ਕਹਿ ਚੁੱਕਿਆ ਕਿ ਮਾਫੀ ਮੰਗ ਚੁੱਕਿਆ ਉਸ ਬੰਦੇ ਤੋਂ ਜਿਹਦੇ ਤੇ ਇਲਜ਼ਾਮ ਲਾਉਂਦੇ ਸੀ। ਤੁਸੀਂ ਤਾਂ ਝੂਠਿਆਂ ਦੀ ਪਾਰਟੀ ਹੈ। ਫਿਰ ਮੈਂ ਇੱਕ ਗੱਲ ਹੋਰ ਕਹੂੰਗਾ, ਤੁਸੀਂ ਮਾਈਨਿੰਗ ਦੀ ਗੱਲ ਕੀਤੀ ਸੀਗੀ, ਸਾਡੇ ਤੋਂ ਗਲਤੀ ਹੋਈ, ਅਸੀਂ ਅਮਰਜੀਤ ਸੰਦੋਆ ਫੜ ਕੇ ਅੰਦਰ ਦਿੱਤਾ ਸੀ, ਤੁਹਾਡਾ ਐਮਐਲਏ ਜਿਹੜਾ ਮਾਈਨਿੰਗ ਕਰਾਉਂਦਾ ਸੀ ਸ਼ਰੇਆਮ, ਜਿੱਤੇ ਲੋਕਾਂ ਨੇ ਇਲਜ਼ਾਮ ਲਾਏ ਨੇ। ਸੋ ਇਹ ਗੱਲਾਂ ਠੀਕ ਨਹੀਂ ਹੁੰਦੀਆਂ। ਬਹੁਤ ਬੜਾ ਇਲਜ਼ਾਮ ਲਾਤਾ ਬਲੀਵਾਲ ਸਾਹਿਬ, ਤੁਸੀਂ ਬਹੁਤ ਬੜਾ ਇਲਜ਼ਾਮ ਲਾਤਾ, ਬਹੁਤ ਬੜਾ ਇਲਜ਼ਾਮ ਲਾਤਾ ਤੁਸੀਂ। ਮੈਂ ਇੱਕ ਮਿੰਟ, ਮੈਂ ਜਵਾਬ ਲੈ ਲਾਂ ਸਰ, ਜਵਾਬ ਲੈ ਲਾਂ ਜੀ, ਵੀਡੀਓਜ਼ ਚੱਲਦੀਆਂ ਨੇ ਜੀ। ਬਲੀਵਾਲ ਸਾਹਿਬ ਜਵਾਬ ਲੈ ਲਾਂ, ਸੰਦੋਆ ਸਾਹਿਬ ਨੂੰ ਟਿਕਟ ਇਸ ਲਈ ਨਹੀਂ ਦੇ ਰਹੇ ਤੁਸੀਂ? ਇਹ ਤਾਂ ਇਰਰੈਲੇਵੈਂਟ ਇੱਕ ਨਾ ਮਾਰਕੀਟਿੰਗ ਆਫ ਬਿਜ਼ਨਸ ਮਾਰਕੀਟਿੰਗ ਦੀ ਇੱਕ ਫਰੇਜ਼ ਹੈ। ਨਹੀਂ ਸੰਦੋਆ ਸਾਹਿਬ ਇੱਕ ਮਿੰਟ ਪਲੀਜ਼, ਇੱਕ ਮਿੰਟ ਰਵਿੰਦਰ ਸਿੰਘ ਇੱਕ ਮਿੰਟ ਪਲੀਜ਼, ਇੱਕ ਮਿੰਟ ਸਰ, ਇਹ ਟੂ ਦਾ ਪੁਆਇੰਟ ਗੱਲ ਕਰਨੀ ਸਰ। ਆਪਾਂ ਫਰੇਜ਼ ਦੇਣ ਲੱਗ ਪਏ, ਮੈਂ ਵੀ ਦੇਣ ਲੱਗ ਪਊਂਗਾ, ਉਹਦਾ ਕੋਈ ਫਾਇਦਾ ਨਹੀਂ। ਟੂ ਦਾ ਪੁਆਇੰਟ ਇੱਕ ਮਿੰਟ ਰਵਿੰਦਰ ਸਿੰਘ ਸੁਣ ਤਾਂ ਲਓ ਨਾ ਸਰ। ਇੱਕ ਹੀ ਬੰਦਾ ਜਿਹੜਾ ਤੁਹਾਡੀ ਪਾਰਟੀ ਦੇ ਨਾਲ ਹੈ, ਜਿਹੜਾ ਐਮਐਲਏ ਤੁਹਾਡੇ ਕੋਲ ਬਚਿਆ, ਬਾਕੀ ਉਹਦਾ ਸ਼ਿਫਟ ਹੋ ਗਿਆ, 10 ਨੂੰ ਤੁਸੀਂ ਟਿਕਟ ਦੇ ਚੁੱਕੇ ਹੋ। ਸੰਦੋਆ ਸਾਹਿਬ ਨੂੰ ਕਿਉਂ ਛੱਡੀ? ਮਿਲ ਜੂਗੀ, ਉਹਨਾਂ ਨੂੰ ਵੀ ਮਿਲਣੀ ਹੈ ਟਿਕਟ, ਬਿਲਕੁਲ ਬਿਲਕੁਲ ਉਹਨਾਂ ਨੂੰ ਵੀ ਮਿਲ ਜੂਗੀ। ਕੇਪੀ ਜੀ ਜਿਹੜੀ ਇਹ ਸਾਰਾ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਬਲੀਆਵਾਲ ਸਾਹਿਬ ਵਾਲੀ ਜਿਹੜੀ ਨਵੀਂ ਤਾਜੀ ਨਿਕਲੀ ਹੋਈ ਪਾਰਟੀ ਹੈ, ਉਹਦੀ ਵੀ ਹੋਵੇ, ਉਹ ਨਾ ਐਮਬੀਏ ਦੀ ਇੱਕ ਟਰਮ ਹੁੰਦੀ ਹੈ, ਇਫ ਯੂ ਕਾਂਟ ਕਨਵਿੰਸ ਦਾ ਕਸਟਮਰ ਯੂ ਮੇਕ ਕਨਫਿਊਜ਼ ਦਾ ਕਸਟਮਰ। ਆ ਜਿਹੜੀ ਸਾਰੀ ਮਾਰਕੀਟਿੰਗ ਵਾਲੀਆਂ ਵੱਡੀਆਂ ਟੀਮਾਂ ਇਹਨਾਂ ਨੇ ਦਿੱਲੀ ਤੋਂ ਬਿਠਾ ਕੇ, ਕੋਈ ਪੀਕੇ ਨੂੰ ਲੈ ਕੇ ਆ ਰਿਹਾ, ਕੋਈ ਪੀਕੇ ਨੂੰ ਲੈ ਕੇ ਆ ਰਿਹਾ ਨਾ, ਦਿਸ ਇਜ਼ ਵਾਟ ਦੇ ਡੂਇੰਗ। ਜਿਹੜਾ ਕਨਵਿੰਸ ਨਹੀਂ ਕਰ ਸਕਦੇ, ਉਹ ਪੰਜਾਬ ਦੇ ਵੋਟਰ ਨੂੰ ਕਨਫਿਊਜ਼ ਕਰ ਰਹੇ ਨੇ। ਇਹ ਕਨਫਿਊਜ਼ ਕਰ ਰਹੇ ਨੇ, ਕਨਫਿਊਜ਼ ਕਰਕੇ ਪੰਜਾਬ ਦਾ ਜਵਾਬ ਦੇ ਜੀ, ਇੱਕ ਚੀਜ਼ ਦਾ ਜਵਾਬ ਦੇ ਦਿਓ ਕਲੇਰ ਸਾਹਿਬ। ਉਹ ਗਿਆਨੀ ਜੈਲ ਸਿੰਘ ਦੀ ਗੱਲ ਹੋ ਰਹੀ ਸੀ, ਉਹਨਾਂ ਦਾ ਕੀ ਕਹਿੰਦੇ ਆ ਭਤੀਜਾ ਕਿ ਭਾਣਜਾ ਇਹਨਾਂ ਦੀ ਪਾਰਟੀ ਦਾ ਐਮਐਲਏ ਹੈਗਾ ਵਾ, ਉਹਦੇ ਬਾਰੇ ਵੀ ਜਵਾਬ ਦੇ ਦਿਓ। ਹਾਂ, ਸਖਾ ਭਤੀਜਾ ਜਵਾਬ ਦੇ ਦਿਓ। ਉਹ ਗੱਲਾਂ ਆਪਾਂ ਇਹ ਜਿਹਾ ਕਰੀਏ, ਉਹ ਗੱਲਾਂ ਘੁੰਮ ਕੇ ਉੱਥੇ ਹੀ ਆਉਂਦੀਆਂ ਨੇ, ਇੱਕ ਦੂਜੇ ਦੇ ਦੂਸ਼ਣਬਾਜ਼ੀ ਨਹੀਂ ਕਰਦੇ। ਥੀਸ ਆਰ ਦੀ ਇਸ਼ੂਜ਼ ਵਿਚ ਨੀਡ ਟੂ ਬੀ ਐਡਰੈਸਡ। ਚਲੋ ਮੈਂ ਬ੍ਰੇਕ ਲੈ ਲਾਂ, ਮੈਂ ਇੱਕ ਹੋਰ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਇਲਜ਼ਾਮ ਲੱਗ ਰਹੇ ਇੱਕ ਦੂਜੇ ਤੇ, ਇਸ ਡਿਬੇਟ ਦੇ ਵਿੱਚ ਤੁਹਾਡੇ ਲਈ ਕੀ ਨਿਕਲ ਕੇ ਆ ਰਿਹਾ, ਮੈਂ ਕੋਸ਼ਿਸ਼ ਕਰ ਰਿਹਾ ਤੁਹਾਡੇ ਲਈ ਕੁਝ ਨਿਕਲ ਕੇ ਆਵੇ। ਹਜੇ ਵੀ ਮੇਰੀ ਕੋਸ਼ਿਸ਼ ਹੈ, ਕਿਉਂਕਿ ਇਲਜ਼ਾਮ ਹੈ ਜਿਹੜੇ, ਉਹ ਇਲਜ਼ਾਮਾਂ ਦੇ ਵਿੱਚ ਹੁਣ ਤੱਕ ਮੈਨੂੰ ਸਮਝ ਆਇਆ ਕਿ ਸਾਰੇ ਇੱਕੋ ਮਿੱਕੇ ਹੈ। ਵਾਪਸ ਆ ਰਿਹਾ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ 5 ਸਾਲ ਪੂਰੇ ਕਰਨ ਜਾ ਰਹੀ ਪੰਜਾਬ ਸਰਕਾਰ ਦੇ ਸਿਸਟਮ ਤਬਦੀਲੀਆਂ ਟ੍ਰੈਂਡ ਕਿਉਂ? ਬਲੀਵਾਲ ਸਾਹਿਬ, ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਸੀ, ਇੱਕ ਆਖਰੀ ਸਵਾਲ ਹੈ ਇਸ ਡਿਬੇਟ ਦਾ ਤੁਹਾਡੇ ਲਈ। ਜਿਹੜੇ ਡਰੋਨ ਦਾ ਤੁਸੀਂ ਵਾਰ-ਵਾਰ ਕਹਿ ਰਹੇ ਹੋ ਪੰਜਾਬ ਦੀ ਸਿਕਿਉਰਿਟੀ ਨੂੰ ਥ੍ਰੈਟ ਹੈ, ਇਹ ਨਵੇਂ ਡੀਜੀਪੀ ਸਾਹਿਬ ਦੇ ਆਉਣ ਨਾਲ ਕੀ ਉਹ ਥ੍ਰੈਟ ਘਟ ਜਾਣਗੇ ਬਲੀਵਾਲ ਸਾਹਿਬ? ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਵੀ ਸਾਨੂੰ ਸੋਚਣਾ ਪਊਗਾ, ਜਾਂ ਸਿਰਫ ਆਪਾਂ ਪੋਲਿਟਿਕਸ ਹੀ ਕਰਾਂਗੇ? ਦੇਖੋ, ਸਿਕਿਉਰਿਟੀ ਪੁਆਇੰਟ ਆਫ ਵਿਊ ਦੇ ਹਿਸਾਬ ਸੇ ਦੇਖੋ, ਗੱਲ ਹੈ ਕਿ ਡੀਜੀਪੀ ਸਾਰੇ ਕਾਬਲ ਹੁੰਦੇ ਨੇ, ਜਿਹੜੇ ਇੰਨੀ ਸਰਵਿਸਿਜ਼ ਕਰਕੇ ਆਏ ਨੇ, ਆਈਪੀਐਸ ਰਹੇ ਨੇ, ਅਲੱਗ-ਅਲੱਗ ਜ਼ਿੰਮੇਵਾਰੀਆਂ ਤੇ ਰਹੇ ਨੇ, ਉਹਨਾਂ ਦੇ ਵਿੱਚ ਕਿਸੇ ਨੂੰ ਚੁਣਨਾ ਹੁੰਦਾ। ਸਾਡੇ ਅਸੀਂ ਉਹ ਸੁਰੇਸ਼ ਅਰੋੜਾ ਸੀ ਜੋ ਅਕਾਲੀ ਦਲ ਦੇ ਟਾਈਮ ਤੋਂ ਲੱਗਿਆ, ਉਹ ਚੰਗਾ ਕੰਮ ਕਰ ਰਹੇ ਸੀ, ਉਹ ਕੰਟੀਨਿਊ ਹੋਏ। ਫਿਰ ਦਿਨਕਰ ਗੁਪਤਾ ਜੀ ਲੰਮਾ ਸਮਾਂ ਰਹੇ, ਉਹਨੇ 3 ਮਹੀਨਿਆਂ ਦੇ ਵਿੱਚ 3 ਡੀਜੀ। ਠੀਕ ਆ, ਹੁਣ ਮੈਨੂੰ ਦੱਸੋ ਕਿ 15 ਦਿਨਾਂ ਦੇ ਵਿੱਚ ਕੀ ਉਹ ਫੀਡਬੈਕ ਲੈ ਲੈਣਗੇ? ਠੀਕ ਆ, ਇਸ਼ੂਜ਼ ਹੈਗੇ ਨੇ, ਕਿਉਂਕਿ ਇਮਰਾਨ ਖਾਨ ਦਾ ਛੋਟਾ ਭਾਈ ਇੱਥੇ ਬੈਠਾ ਹੈ, ਤੇ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਉਸ ਲਾਲ ਵੀ ਆ ਰਿਹਾ, ਸਾਰੀਆਂ ਚੀਜ਼ਾਂ ਆ ਰਹੀਆਂ। ਥੋੜੇ ਦਿਨਾਂ 'ਚ ਅਸੀਂ ਹੋਰ ਵੀ ਖੁਲਾਸੇ ਕਰਾਂਗੇ ਕੀ ਕੁਝ ਇਮਰਾਨ ਖਾਨ ਨੇ ਆਪਦੇ ਛੋਟੇ ਭਾਈ ਲਈ ਇੱਥੇ ਭੇਜਿਆ ਵਾ। ਸੋ ਲੈਟਸ ਸੀ, ਉਹਨੂੰ ਕੰਮ ਕਰ ਲੈਣ ਦੋ। ਬਲੀਵਾਲ ਸਾਹਿਬ, ਪਾਰਟੀਆਂ ਦੇ ਨਾਲ ਇਨਵੋਲਵ ਹੈਗੇ, ਹੋਰ ਚੀਜ਼ਾਂ ਨੇ। ਬਲੀਵਾਲ ਸਾਹਿਬ, ਤੁਸੀਂ ਜਿਹੜੀ ਗੱਲ ਹੁਣ ਕਰਨ ਜਾ ਰਹੇ ਹੋ, ਜਿਹੜੇ ਖੁਲਾਸੇ ਕਰਨੇ ਆ, ਤੁਸੀਂ ਬਾਰਡਰ ਪੋਲਿਟਿਕਸ ਕਰਨੀ ਹੈ ਸਰ ਪੰਜਾਬ ਦੇ ਵਿੱਚ, ਪਾਕਿਸਤਾਨ ਵਾਲੀ ਪੋਲਿਟਿਕਸ ਕਰੋਗੇ? ਦੇਖੋ, ਬਾਰਡਰ ਪੋਲਿਟਿਕਸ ਨਹੀਂ ਹੈਗੀ, ਗੱਲ ਹੈ ਕਿ ਸੱਚਾਈ ਵੀ ਹੈਗੀ ਹੈ ਨਾ, ਕੁਝ ਸੱਚੀਆਂ। ਮੈਂ ਤਾਂ ਪਹਿਲਾਂ ਕਹਿੰਦਾ ਹੁੰਦਾ ਕਿ 75-25 ਦੀ ਰੇਸ਼ੋ ਹੈਗੀ ਹੈ ਨਵਜੋਤ ਸਿੱਧੂ ਤੇ ਮਜੀਠੀਆ ਦੇ ਵਿੱਚ। ਉਹ ਪਤਾ ਨਹੀਂ ਕਮਿਸ਼ਨ ਦਾ ਦੋਹਾਂ ਦਾ ਰੌਲਾ ਪਿਆ ਹੋਇਆ, ਔਰ ਉਹ ਤੋਂ ਲੜੀ ਜਾਂਦੇ ਆ। ਪਹਿਲਾਂ 15 ਸਾਲ ਇਕੱਠੇ ਰਹੇ, ਕੰਮ ਕਰਦੇ ਰਹੇ, ਹੁਣ ਉਹ ਪੈਸੇ ਪੂਸੇ ਦਾ ਰੌਲਾ ਪੈ ਗਿਆ, ਤੇ ਉਹ ਠੋਕੋ ਟਾਲੀ ਤੇ ਉਹ ਸੂਟ ਸਾਫ ਹੋਰ ਵੱਡੇ ਇਲਜ਼ਾਮ ਲਾਤੇ, ਉਹ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਾਹਰ ਹੋਣਗੀਆਂ। ਦੇਖੋ, ਲੈਟਸ ਸੀ ਕੀ ਹੁੰਦਾ। ਹੋਰ ਵੱਡੇ ਇਲਜ਼ਾਮ ਲਾਤੇ ਤੁਸੀਂ। ਮਿਸਟਰ ਰਵਿੰਦਰ, ਪੰਜਾਬ ਦੇ ਲੋਕਾਂ ਦੇ ਲਈ ਇਹ ਕਾਨੂੰਨ ਵਿਵਸਥਾ, ਕਾਨੂੰਨ ਦਾ ਰਾਜ, ਉਹਦੇ ਵਿਚਾਲੇ ਕੁਝ ਹੋਊਗਾ ਜਾਂ ਨਹੀਂ? ਦੇਖੋ, ਪੰਜਾਬ ਦੇ ਲੋਕ ਅੱਜ ਦੀ ਡੇਟ ਦੇ ਅੰਦਰ ਬਹੁਤ ਬੜੇ ਬੇਤਾਬ ਹੋ ਕੇ ਤੇਜੇ ਬਦਲ ਵੱਲ ਦੇਖ ਰਹੇ ਨੇ, ਕਿਉਂਕਿ ਤੁਸੀਂ ਆਦਾ ਪ੍ਰਚਾਰ ਹੀ ਕਰ ਰਹੇ ਹੋ। ਪ੍ਰਚਾਰ ਹੀ ਤਾਂ ਕਰ ਰਹੇ ਹੋ। ਮੈਂ ਪੰਜਾਬ ਦੇ ਲੋਕਾਂ ਸਵਾਲ ਕਰਦਾ, ਮੈਂ ਪੰਜਾਬ ਦੇ ਲੋਕਾਂ ਸਵਾਲ ਕਰ ਰਿਹਾ। ਮੈਂ ਤੁਹਾਨੂੰ ਫੈਕਟ ਦੱਸ ਰਿਹਾ, ਜਦੋਂ ਤੱਕ ਇੱਕ ਚੰਗੀ ਨੀਅਤ ਵਾਲੀ ਸਰਕਾਰ ਪੰਜਾਬ ਨੂੰ ਨਹੀਂ ਮਿਲਦੀ, ਤਦੋਂ ਤੱਕ ਕਿਸੇ ਵੀ ਆਯਾਮ ਦੇ ਵਿੱਚੋਂ ਪੰਜਾਬ ਦੇ ਲੋਕ ਜੇ ਕੁਝ ਦੇਖ ਰਹੇ ਨੇ, ਨਹੀਂ ਮਿਲ ਸਕਦਾ। ਜਿਹੜੀ ਚੀਜ਼ ਦੀ ਲੋੜ ਹੈ ਪੰਜਾਬ ਨੂੰ ਅੱਜ ਦੀ ਡੇਟ ਦੇ ਅੰਦਰ, ਉਹ ਇੱਕ ਚੰਗੀ ਨੀਅਤ ਵਾਲੀ ਸਰਕਾਰ ਹੈ, ਜਿਹੜੀ ਲੋਕ ਪੱਖੀ ਨੀਤੀਆਂ ਬਣਾਉਂਦੀ ਹੋਵੇ ਤੇ ਲੋਕਾਂ ਦੇ ਦਰਦ ਨੂੰ ਸਮਝ ਕੇ ਲੋਕਾਂ ਦੇ ਲਈ ਕੰਮ ਕਰਦੀ ਹੋਵੇ, ਸਿਰਫ ਤੇ ਸਿਰਫ ਆਪਣੀ ਜੇਬਾਂ ਭਰਨ ਤੱਕ ਦੀ ਗੱਲ ਜਿਹੜੀ ਹੈ ਉਹ ਨਾ ਕਰਦੀ ਹੋਵੇ। ਤੁਸੀਂ ਸਿਕਿਉਰਿਟੀ ਦੀ ਗੱਲ ਨਹੀਂ ਕਰਦੇ, ਕਿਉਂ ਨਹੀਂ ਕਰਦੇਗੇ? ਉੱਥੇ ਤੁਹਾਡੇ ਕੋਲੇ ਗ੍ਰਹਿ ਮੰਤਰਾਲਾ ਨਹੀਂ ਹੈਗਾ, ਮੈਂ ਸਮਝ ਸਕਦਾ ਦਰਦ ਤੁਹਾਡਾ, ਇੱਥੇ ਤਾਂ ਬੋਲੋ ਨਾ।
ਨਹੀਂ ਪੰਜਾਬ ਦੇ ਵਿੱਚ ਪੂਰਨ ਰੂਪ ਵਿੱਚ ਸਰਕਾਰ ਆਊਗੀ ਜਦੋਂ ਆਊਗੀ ਤੁਹਾਡੀ? ਬਿਲਕੁਲ ਆਊਗੀ ਕੇਪੀ ਸਾਹਿਬ, ਤੁਹਾਡੀ ਗੱਲ ਬਿਲਕੁਲ ਤੁਸੀਂ ਤਾਂ ਸਰ ਇੱਥੇ ਤਿਰੰਗਾ ਯਾਤਰਾ ਕੱਢਦੇ ਪਏ ਹੋ ਪੰਜਾਬ ਦੇ ਲੋਕਾਂ ਦੇ ਵਿੱਚ। ਵੱਡਾ ਤੁਹਾਡਾ ਕੰਸਰਨ ਹੈ, ਪੂਰੇ ਪੰਜਾਬ ਦਾ ਕੰਸਰਨ ਹੈ, ਬਾਰਡਰ ਸਟੇਟ ਹੈ, ਵੱਡਾ ਕੰਸਰਨ ਹੈ, ਸਿਕਿਉਰਿਟੀ ਵੀ ਗੱਲ ਹੈ, ਬਟ ਇਹ ਸਾਰੀਆਂ ਚੀਜ਼ਾਂ ਲੀਡਰਸ਼ਿਪ ਦੀ ਵਿਲਨੈਸ ਨਾਲ ਆਣੀਆਂ, ਉਹਨਾਂ ਦੀ ਵਿਲ ਪਾਵਰ ਨਾਲ ਆਣੀਆਂ, ਸਿਰਫ ਤੇ ਸਿਰਫ ਖਾਨਾ ਪੂਰਤੀ ਨਾਲ ਜਾਂ ਡੀਜੀਪੀ ਚੇਂਜ ਕਰਨ ਨਾਲ ਤਾਂ ਡੀਜੀਪੀ ਚੇਂਜ ਕਰਨਾ ਕੁਝ ਨਹੀਂ ਹੋਣਾ। ਮਿਸਟਰ ਕਲੇਰ, ਡੀਜੀਪੀ ਬਦਲਣਾ ਕੁਝ ਨਹੀਂ ਹੋਣਾਗਾ। ਕੇਪੀ ਜੀ ਡੀਜੀਪੀ ਬਦਲਣਾ ਤਾਂ ਮੈਂ ਪਹਿਲਾਂ ਕਲੈਰੀਫਾਈ ਕਰ ਚੁੱਕਿਆ ਕਿ ਇਹ ਤਾਂ ਇੱਕ ਏਜੰਡਾ ਇਹਨਾਂ ਨੇ ਫੋਲੋ ਕਰਾਉਣਾ ਹੈ। ਉਹ ਬੰਦੇ ਤਿਆਰ ਕਰਦੇ ਨੇ, ਇੱਕ ਨਵਾਂ ਲਿਆਉਂਦੇ ਨੇ, ਫਿਰ ਉਹਨੂੰ ਚੈੱਕ ਕਰਦੇ ਨੇ, ਨਵਾਂ ਲਿਆਉਂਦੇ, ਹੋਣਾ ਕੁਝ ਨਹੀਂ ਕਾਨੂੰਨ ਦੇ ਨਾਲ। ਚਲੋ ਮੈਂ ਤੁਹਾਡੀ ਗੱਲ ਮੰਨ ਕੇ ਤੁਰ ਪੈਣਾ। ਮੈਂ ਏਜੰਡਾ ਜੇ ਤੁਸੀਂ ਕਹਿ ਰਹੇ ਹੋ ਵੀ ਫੋਲੋ ਕਰਾਉਣਾ, ਇਹ ਏਜੰਡਾ ਤੁਹਾਡੇ ਲਈ ਹੈ ਜਾਂ ਲੋਕਾਂ ਲਈ? ਏਜੰਡਾ ਇਹਨਾਂ ਦਾ ਇੱਕੋ ਹੀ ਹੈ ਜੀ, ਕਿਉਂਕਿ ਗੁਟਕਾ ਸਾਹਿਬ ਚੱਕ ਕੇ ਵਾਅਦੇ ਪੂਰੇ ਹੋਏ ਨਹੀਂ, ਸੋ ਲੋਕਾਂ 'ਚ ਜਾਣ ਜੋਗੇ ਨਹੀਂ। ਹੁਣ ਸੋਚਦੇ ਕੋਈ ਝੂਠੀ ਸੱਚੀ ਕਾਰਵਾਈ ਕਰਕੇ ਦਿਖਾ ਦਿਓ। ਔਰ ਜਿਹੜੀ ਦੂਸਰਾ ਵੱਡਾ ਜਿਹੜਾ ਇਸ਼ੂ ਅੱਜ ਪੰਜਾਬ ਦੇ ਵਿੱਚ ਹੈ, ਕੇਪੀ ਜੀ ਬੜੀ ਦਰੁਸਤ ਗੱਲ ਹੈ, ਔਰ ਇਹਦੀ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਇਸ਼ੂ ਉਹ ਕਿਉਂ ਹੈ? ਕੈਬਨਿਟ ਮੀਟਿੰਗ ਦੇ ਵਿੱਚ ਰਾਣਾ ਗੁਰਜੀਤ ਐਡੇ ਸੀਰੀਅਸ ਐਲੀਗੇਸ਼ਨ ਲਾ ਦਿੰਦਾ, ਜਿਹੜੇ ਮੈਂ ਨਹੀਂ ਕਹਿੰਦਾ, ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ, HT, ਪੰਜਾਬੀ ਦੇ ਅਖਬਾਰ, ਵਾਸੂਦੇਵਾ ਸਾਹਿਬ, ਇੰਦਰਪ੍ਰੀਤ, ਬਹੁਤ ਜਰਨਲਿਸਟ ਨੇ ਇਹ ਗੱਲ ਆਈ ਹੈ ਕਿ SSPਆਂ ਦੀ ਨਿਯੁਕਤੀਆਂ ਨੂੰ ਲੈ ਕੇ ਪੈਸੇ ਦਾ ਰੌਲਾ ਪਿਆ ਹੈ। ਅਗਰ ਸੂਬੇ ਦੇ ਵਿੱਚ ਪੈਸੇ ਲੈ ਕੇ SSP ਲਾ ਰਹੇ ਨੇ ਔਰ ਇਹ ਚੀਜ਼ ਦਾ ਐਲੀਗੇਸ਼ਨ ਇੱਕ ਕੈਬਨਿਟ ਮੰਤਰੀ ਲਾ ਰਿਹਾ ਹੈ, ਤਾਂ ਪੰਜਾਬ ਲਈ ਇਹ ਬਹੁਤ ਵੱਡਾ ਥ੍ਰੈਟ ਹੈ। ਇੱਕ ਪਾਸੇ ਚੰਨੀ ਸਾਹਿਬ ਕਹਿੰਦੇ ਨੇ ਕਿ ਬਾਰਡਰ ਸਟਰੋਂਗ ਕਰੋ, ਦੂਜੇ ਪਾਸੇ ਸੈਕੰਡ ਲਾਈਨ ਆਫ ਡਿਫੈਂਸ ਤੁਸੀਂ ਸੇਲ ਤੇ ਲਾ ਰੱਖੀ ਹੈ। ਸੋ ਇਹ ਬਹੁਤ ਵੱਡਾ ਇੱਕ ਪੰਜਾਬ ਦੇ ਵਿੱਚ ਜਿਹੜਾ ਸੀਰੀਅਸ ਥ੍ਰੈਟ ਹੈ ਉਹਦੀ ਸਿਕਿਉਰਿਟੀ ਨੂੰ, ਉਹ ਕਾਂਗਰਸ ਕਰਕੇ, ਕਿਉਂਕਿ ਆਪਦੇ ਪੈਸੇ ਇਕੱਠੇ ਕਰਨ ਦੇ ਚੱਕਰ ਦੇ ਵਿੱਚ ਅਫਸਰਸ਼ਾਹੀ ਨੂੰ ਪੋਸਟਾਂ ਸੇਲ ਤੇ ਲਾਈਆਂ ਹੋਈਆਂ ਨੇ। ਚਟੋਪਾਧਿਆਏ ਨੇ ਤੁਹਾਡੇ ਕਿਸੇ ਮਾਮਲੇ ਜਾਂਚ ਤਾਂ ਨਹੀਂ ਕੀਤੀ? ਕੇਪੀ ਜੀ ਮੈਂ ਕਿਸੇ ਵੀ ਜਾਂਚ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਚਟੋਪਾਧਿਆਏ ਸਾਹਿਬ ਨੇ ਕੀਤੀਆਂ ਨੇ, ਜਾਂਚਾਂ ਹੋਈਆਂ ਨੇ, ਜਿਹੜੀਆਂ ਸਾਡੇ ਕੋਈ ਪਰਸਨਲ ਮੈਟਰ ਦੇ ਵਿੱਚ ਨਹੀਂ ਕੀਤੀ, ਆਨਗੋਇੰਗ ਮੈਟਰਸ ਦੇ ਵਿੱਚ ਚਟੋਪਾਧਿਆਏ ਸਾਹਿਬ ਨੇ ਜਾਂਚ ਕੀਤੀ, ਪਰ ਮੈਂ ਉਹ 'ਚ ਨਹੀਂ ਜਾਣਾ ਚਾਹੁੰਦਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਅਫਸਰ ਬਣਿਆ ਹੋਇਆ ਕਾਨੂੰਨ ਦੇ ਨਾਲ, ਜੇ ਸਰਕਾਰ ਪ੍ਰੈਸ਼ਰਾਈਜ਼ ਕਰੂਗੀ ਅਫਸਰ ਨੂੰ ਕਾਨੂੰਨ ਤੋਂ ਬਾਹਰ ਜਾ ਕੇ ਕੰਮ ਕਰਨ ਨੂੰ, ਅਫਸਰਾਂ ਦੀ ਜ਼ਮੀਰਾਂ ਜਾਗਦੀਆਂ ਨੇ। ਸਾਰੇ ਮਾੜੇ ਨਹੀਂ ਹੁੰਦੇ, ਚੰਗੇ ਅਫਸਰ ਵੀ ਬਹੁਤ ਨੇ, ਫਿਲਮ ਟੋ ਨਹੀਂ ਹੁੰਦੀ। ਮੇਰਾ ਇੱਕ ਸਵਾਲ ਲੈ ਲਓ ਤੁਸੀਂ, ਜਿਹੜੇ ਅਫਸਰਾਂ ਤੁਸੀਂ ਗੱਲ ਕਰਦੇ ਹੋ ਚਿੱਠੀ ਲੀਕ ਹੋਈ ਹੈ, ਪ੍ਰੈਸ਼ਰ 'ਚ ਕੰਮ ਕਰਵਾਇਆ ਜਾ ਰਿਹਾ ਉਹਨਾਂ ਤੋਂ, ਚਟੋਪਾਧਿਆਏ ਆਪਦੀ ਮਰਜ਼ੀ ਨਾਲ ਕੰਮ ਕਰਨਗੇ ਜੋ ਕਾਨੂੰਨ ਕਹਿੰਦਾ, ਜਾਂ ਸਰਕਾਰ ਦੇ ਪ੍ਰੈਸ਼ਰ ਹੇਠ ਆ ਕੇ ਉਹ ਕਾਰਵਾਈ ਕਰ ਸਕਦੇ? ਕੇਪੀ ਜੀ ਜਿਸ ਤਰੀਕੇ ਦੇ ਨਾਲ ਚਟੋਪਾਧਿਆਏ ਸਾਹਿਬ ਨੂੰ ਲਿਆਂਦਾ ਗਿਆ, ਮੈਂ ਤਾਂ ਫੇਰ ਦੁਬਾਰਾ ਕਹਿ ਰਿਹਾ ਕਿ ਜਿਨ੍ਹਾਂ ਦਾ ਨਾਮ, ਜਿਨ੍ਹਾਂ ਦਾ ਪੈਨਲ ਦੇ ਵਿੱਚ ਨਾਮ ਤੱਕ ਨਹੀਂ ਹੈਗਾ, ਪਹਿਲਾਂ ਤੁਸੀਂ ਇਗਨੋਰ ਕੀਤਾ, ਹੁਣ ਤੁਸੀਂ ਰਾਤੋਂ ਰਾਤ ਉਹਨਾਂ ਦੀ ਮੈਰਿਟ ਪਛਾਣ ਲਈ ਉਹਨਾਂ ਨੂੰ ਲੈ ਕੇ ਆਏ ਹੋ। ਟੈਕਨੀਕਲੀ ਇੱਕ ਮਿੰਟ ਕਲੀਅਰ ਸਾਹਿਬ, ਟੈਕਨੀਕਲੀ ਉਹ ਨਹੀਂ ਨਾਮ ਭੇਜਿਆ ਜਾ ਸਕਦਾ, ਰਿਟਾਇਰਮੈਂਟ ਵਿੱਚ ਬਹੁਤ ਘੱਟ ਵਕਤ ਬਾਕੀ, ਆਪਾਂ ਕਿਉਂ ਗੁੰਮਰਾਹ ਕਰਦੇ ਪਏ? ਨਹੀਂ ਮੈਂ ਫਿਰ ਇੱਕ ਦੂਜੀ ਗੱਲ ਕਰਦਾ, ਤੇ ਫਿਰ ਟੈਕਨੀਕਲੀ ਜੇ ਆਪਾਂ ਗੱਲ ਕਰਦੇ ਹਾਂ, ਟੈਕਨੀਕਲੀ ਪੰਜਾਬ ਦੇਸ਼ ਦਾ ਉਹ ਸੂਬਾ ਬਣ ਗਿਆ ਜਿਹਦੇ ਕੋਲੇ ਕੋਈ ਸਥਿਰ ਡੀਜੀਪੀ ਨਹੀਂ ਹੈਗਾ। ਇਹਦਾ ਮਤਲਬ ਆਪਾਂ ਅਡਹੌਕ ਡੀਜੀਪੀਆਂ ਨਾਲ ਕੰਮ ਚਲਾ ਰਹੇ ਹਾਂ। ਬਾਰਡਰ ਸਟੇਟ ਹੈ ਤੇ ਤੁਹਾਡੇ ਕੋਲ ਪਰਮਾਨੈਂਟ ਡੀਜੀਪੀ ਨਹੀਂ ਹੈ, ਪੰਜਾਬ ਦੀ ਸਰਕਾਰ ਲਈ ਹੋਰ ਵੀ ਸ਼ਰਮ ਦੀ ਗੱਲ। ਚਲੋ ਹਾਂ ਮਿਸਟਰ ਖੜਿਆ, ਲਾਸਟ ਕਮੈਂਟ ਪਲੀਜ਼। ਦੇਖੋ ਪਹਿਲੀ ਗੱਲ ਤਾਂ ਮਿਸਲੀਡ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਇਹਨਾਂ ਨੂੰ ਪਤਾ ਹੈ ਕਿ ਪੈਨਲ ਦੇ ਵਿੱਚ ਨਾਮ ਭੇਜਿਆ ਨਹੀਂ ਜਾ ਸਕਦਾ ਸੀ ਬਿਕਾਜ਼ ਆਫ ਰਿਟਾਇਰਮੈਂਟ। ਮਿਸਲੀਡ ਇਹ ਕਰਦੇ ਆ ਤੇ ਮਿਸਲੀਡ ਹੀ ਅੱਜ ਕਰ ਰਹੇ। ਤੇ ਦੂਜੀ ਗੱਲ ਇਹ ਹੈ ਕਿ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ, ਕੈਬਨਿਟ ਮੀਟਿੰਗ ਦੀਆਂ ਗੱਲਾਂ ਕਰ ਰਿਹਾ ਵੀ ਆਰਗੂਮੈਂਟ ਹੋਈ ਡਿਪਟੀ ਸੀਐਮ ਤੇ ਇਹ ਮਿਨਿਸਟਰ ਦੇ ਵਿੱਚ, ਤੁਸੀਂ ਉੱਥੇ ਬੈਠੇ ਸੀ, ਕੋਈ ਸੋਰਸ ਹੈ, ਕੋਈ ਪ੍ਰੂਫ ਹੈ, ਕੋਈ ਰਿਕਾਰਡਿੰਗ ਹੈ? ਸਾਰੇ ਪੰਜਾਬ ਨੂੰ ਪਤਾ ਕਿ ਡੈਫੇਮੇਸ਼ਨ ਕਰੋ, ਸਾਰੇ ਪੰਜਾਬ ਨੂੰ ਪਤਾ ਹੈ, ਟ੍ਰਿਬਿਊਨ, ਸਫੇਦ ਝੂਠ ਬੋਲੀ ਜਾਂਦੇ ਹੋ ਤੁਸੀਂ, ਤਿੰਨਾਂ ਨੂੰ ਡੈਫੇਮੇਸ਼ਨ ਦਾ ਨੋਟਿਸ ਭੇਜੋ ਕਿਉਂਕਿ ਉਹਨਾਂ ਨੇ ਸਟੋਰੀ ਕੀਤੀ ਤੁਹਾਡੇ ਖਿਲਾਫ। ਹਾਂ ਬੋਲੋ ਮਿਸਟਰ ਖੜਿਆ। ਦੂਜੀ ਗੱਲ ਦੇਖੋ, ਇਹ ਲੀਕ ਦੀ ਗੱਲਾਂ ਕਰੇ, ਚਿੱਠੀ ਲੀਕ ਹੋਈ, ਕਿਹਦੇ ਕੋਲੇ ਮੋਟਿਵ ਹੈ, ਕਿਹਨੂੰ ਫਾਇਦਾ ਹੋਊਗਾ? ਚਿੱਠੀ ਲੀਕ ਕਰਾ ਕੇ ਬੜਾ ਕਨਵੀਨੀਅੰਟਲੀ ਇੱਕ ਛੋਟਾ ਜਿਹਾ ਹਿੱਸਾ ਚਿੱਠੀ ਦਾ ਲੀਕ ਕਰਵਾ ਦਿੱਤਾ ਗਿਆ, ਉਹਦੇ ਨਾਲ ਕਿਸੇ ਨੂੰ ਫਾਇਦਾ ਹੋ ਰਿਹਾ ਹੈ। ਤੇ ਬਹੁਤ ਜਲਦ ਤੁਸੀਂ ਦੇਖੋਗੇ ਇਨਕੁਆਇਰੀ ਦੇ ਵਿੱਚ ਉਹਨਾਂ ਦਾ ਨਾਮ ਵੀ ਆਊਗਾ, FIR ਵੀ ਦਰਜ ਹੋਊਗੀ, ਤੇ ਦੇ ਵਿਲ ਹੈਵ ਰਿਗਰੈਟ ਫॉर ਦੇ ਵਿਲ ਹੈਵ ਟੂ ਰਿਗਰੈਟ। ਇੱਕ ਮਿੰਟ ਸੁਣ ਲਿਓ, ਇਹਨਾਂ ਨੂੰ ਖਡਿਆਲ ਸਾਹਿਬ ਨੂੰ ਪਤਾ ਵੀ ਇਨਕੁਆਇਰੀ ਚ ਕਿਹਦਾ ਨਾਮ ਆਊਗਾ, ਕਿਹਦੀ ਕਾਰਵਾਈ। ਕਲੀਅਰ ਸਾਹਿਬ ਸੁਣ ਲਿਆ, ਕਲੀਅਰ ਸਾਹਿਬ ਨੂੰ ਪਤਾ, ਕਲੀਅਰ ਸਾਹਿਬ ਸੁਣ ਲਿਆ ਨਾ, ਇਨਕੁਆਇਰੀ ਤਾਂ ਹੋਣੀ ਹੈ ਨਾ ਹੁਣ। ਹਾਂ ਬੋਲੋ। ਦੂਜੀ ਗੱਲ ਇਹ ਹੈ ਕਿ ਇਹਨਾਂ ਨੇ ਐਡਮਿਟ ਕੀਤਾ, ਕਹਿੰਦੇ ਹਾਂ ਗਿਆਨੀ ਜੈਲ ਸਿੰਘ ਸਾਡੇ ਦੁਸ਼ਮਣ ਸੀਗੇ, ਤਾਂ ਕਰਕੇ ਅਸੀਂ ਪੋਲੀਟੀਕਲ ਵੈਂਡੇਟਾ ਕਰਦੇ ਸੀ। ਇੱਥੋਂ ਪਤਾ ਲੱਗ ਗਿਆ ਸ਼੍ਰੋਮਣੀ ਅਕਾਲੀ ਦਲ ਕਿਹੜੇ ਹਿਸਾਬ ਨਾਲ ਗਵਰਨੈਂਸ ਕਰਦਾ ਤੇ ਕਿਹੜੇ ਹਿਸਾਬ ਨਾਲ। ਨਹੀਂ ਇੱਕ ਮਿੰਟ ਮਿਸਟਰ ਖੜਿਆਲ, ਗਿਆਨੀ ਜੈਲ ਸਿੰਘ ਤੇ ਕਾਰਵਾਈ ਕਦੋਂ ਹੋਈ ਹੈ, ਰਾਸ਼ਟਰਪਤੀ ਕਦੋਂ ਬਣੇ ਨੇ, ਪਹਿਲਾਂ ਆਪਣੀਆਂ ਤਰੀਕਾਂ ਫੈਕਟਸ ਸਟ੍ਰੇਟ ਕਰੋ। ਥੱਲੇ ਕਰੋ, ਮੈਂ ਇੱਕ ਵਾਰ ਦੱਸਦਾ ਕਿ ਤੁਸੀਂ ਜਨਰਲ ਡੈਨ ਨੂੰ ਡਿਨਰ ਕਰਾਇਆ, ਮਾਫੀ ਮੰਗੀ, ਅੱਜ ਤੱਕ ਰਿਗਰੈਟ ਕੀਤਾ? ਮੈਂ ਕਹਿੰਦਾ ਤੁਸੀਂ ਪ੍ਰੂਵ ਕਰ ਦਿਓ, ਕੋਈ ਹਿਸਟੋਰੀਅਨ ਦੱਸ ਦਿਓ ਦਰਬਾਰ ਸਾਹਿਬ ਤੇ ਅਟੈਕ ਹੋਇਆ, ਫੈਕਟ ਹੈ। ਇੱਕ ਮਿੰਟ ਪਲੀਜ਼ ਦਿੱਲੀ ਕਲੀਅਰ ਸਾਹਿਬ ਇੱਕ ਮਿੰਟ ਫੈਕਟ ਤਾਂ ਲਿਆਓ। ਕਲੀਅਰ ਸਾਹਿਬ ਇੱਕ ਮਿੰਟ ਖੜਿਆਲ ਸਾਹਿਬ ਇੱਕ ਮਿੰਟ, ਖੜਿਆਲ ਸਾਹਿਬ ਸੁਣ ਲਓ ਨਾ, ਖੜਿਆਲ ਸਾਹਿਬ ਸੁਣ ਲਓ ਨਾ, ਖੜਿਆਲ ਸਾਹਿਬ ਤੁਸੀਂ KPS ਗਿੱਲ ਨੂੰ ਜਸਟੀਫਾਈ ਕਰਦੇ ਹੋ?
ਮੈਂ ਤਾਂ ਜਸਟੀਫਾਈ ਨਾ ਤਾਂ ਮੈਂ ਜਸਟੀਫਾਈ ਕਰਾਂ, ਆਮ ਨਾਟ ਇਵਨ ਕਮੈਂਟਿੰਗ ਔਨ ਇਟ ਬਿਕਾਜ਼ ਉਹ ਤਾਂ ਹੀ ਇਜ਼ ਨਾਟ ਅ ਪਾਰਟ ਆਫ ਦ ਡਿਬੇਟ, ਬਟ ਲੈਟ ਮੀ ਕਲੈਰੀਫਾਈ। ਨਹੀਂ, ਇਹਨਾਂ ਦੇ ਪ੍ਰਧਾਨ ਨੇ ਸੰਤ ਕਿਹਾ, ਆਪ ਲੋਕ ਕਾਂਗਰਸ ਨਵਜੋਤ ਸਿੱਧੂ ਨੇ KPS ਗਿੱਲ ਨੂੰ ਸੰਤ ਦੀ ਉਪਾਧੀ ਦਿੱਤੀ ਹੈ। ਇੱਕ ਮਿੰਟ ਸਰ ਸੁਣ ਲਈਏ ਨਾ ਕਲੀਅਰ ਸਾਹਿਬ, ਸੰਤ ਦੀ ਉਪਾਧੀ। ਕਲੀਅਰ ਸਾਹਿਬ ਸੁਣ ਲਈਏ ਨਾ, ਸੁਣ ਲਈਏ। ਡੀਜੀਪੀ ਦਾ ਮਸਲਾ, ਮੈਂ ਡੀਜੀਪੀ ਵਾਲਾ ਸਵਾਲ ਕਰ ਰਿਹਾ। ਇਸ ਤੋਂ ਪਹਿਲਾਂ ਡੀਜੀਪੀ ਰਹੇ ਉਹਨਾਂ ਸਾਰਿਆਂ ਦੇ ਸਵਾਲ ਆ ਰਹੇ ਆ ਵਿੱਚ। ਬੋਲੋ ਮਿਸਟਰ ਖੜਿਆਲ, ਗੱਲ ਪੂਰੀ ਕਰੋ ਆਪਣੀ ਫਟਾਫਟ ਪਲੀਜ਼। ਦੇਖੋ 5 ਵਾਰੀ ਬੋਲ ਪਏ ਇੰਟੋਲਰੈਂਸ ਅਕਾਲੀ ਦਲ ਲੋਕ ਸਭਾ ਦੇ ਵਿੱਚ ਤਾਂ ਦਿਖਾ ਨਹੀਂ ਸਕਦਾ, ਜਿਨ੍ਹਾਂ ਦੇ MP ਕੋਈ ਨਹੀਂ ਵਿਧਾਨ ਸਭਾ 'ਚ ਦਿਖਾਉਂਦੇ ਆ, ਪੰਜਾਬ 'ਚ ਦਿਖਾਉਂਦੇ, ਇੱਥੇ ਨਾ ਦਿਖਾਉਣ। ਦੂਜੀ ਕਿ 5 ਪਾਰਟੀਆਂ ਤੁਹਾਡੇ ਨਾਮ ਦੀਆਂ, ਥੋੜੀ ਤਕੜੀ ਖਾਲੀ ਹੋਈ ਪਈ ਹੈ। ਕਾਂਗਰਸ ਦੇ ਨਾਂ ਦੀਆਂ ਕਿੰਨੀਆਂ ਨੇ? ਇੱਕ ਮਿੰਟ ਪਲੀਜ਼, ਇੱਕ ਮਿੰਟ ਮਿਸਟਰ ਕਲੀਅਰ, ਮਿਸਟਰ ਕਲੀਅਰ ਇੱਕ ਮਿੰਟ, ਮਿਸਟਰ ਕਲੀਅਰ ਇੱਕ ਮਿੰਟ, ਮਿਸਟਰ ਕਲੀਅਰ ਇੱਕ ਮਿੰਟ, ਮਿਸਟਰ ਕਲੀਅਰ ਇੱਕ ਮਿੰਟ ਪਲੀਜ਼, ਮਿਸਟਰ ਕਲੀਅਰ ਇੱਕ ਮਿੰਟ ਪਲੀਜ਼, ਮਿਸਟਰ ਕਲੀਅਰ ਇੱਕ ਮਿੰਟ ਪਲੀਜ਼, ਇੱਕ ਮਿੰਟ ਪਲੀਜ਼, ਇੱਕ ਮਿੰਟ ਪਲੀਜ਼, ਇੱਕ ਮਿੰਟ ਮਿਸਟਰ ਖੜਿਆਲ, ਇੱਕ ਮਿੰਟ ਮਿਸਟਰ ਖੜਿਆਲ, ਇੱਕ ਲਾਸਟ ਕੁਐਸਚਨ ਦਾ ਜਵਾਬ ਦੇ ਦਿਓ ਮੈਨੂੰ ਪਲੀਜ਼, ਇੱਕ ਲਾਸਟ ਕੁਐਸਚਨ ਦਾ ਜਵਾਬ ਦੇ ਦਿਓ ਪਲੀਜ਼ ਮਿਸਟਰ ਖੜਿਆਲ। ਇਹ ਟ੍ਰੈਂਡ ਹੈ ਜਿਹੜਾ ਤੁਹਾਡੇ ਸਿਸਟਮ ਦੇ ਵਿੱਚ ਤਬਦੀਲੀਆਂ ਦਾ, AG DGP ਹੋਰ ਅਫਸਰਸ਼ਾਹੀ ਦਾ, ਇਹ ਸਰ ਕਦੋਂ ਤੱਕ ਚੱਲੂਗਾ? 15 ਦਿਨ ਜਾਂ ਉਸ ਤੋਂ ਪਹਿਲਾਂ ਬੰਦ ਹੋ ਜਾਊਗਾ ਸਰ? ਦੇਖੋ ਗੱਲ ਇੱਥੇ ਤਾਂ ਗਵਰਨੈਂਸ ਦੀ ਹੈ, ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਇਹਨਾਂ ਨੂੰ ਤਕਲੀਫ ਇੰਨੀ ਕਿਉਂ ਹੋ ਰਹੀ ਹੈ। ਅਕਾਲੀ ਦਲ ਚੀਕਾ ਮਾਰ ਰਿਹਾ, ਰੌਲਾ ਪਾ ਰਿਹਾ, ਉਹ ਫੜੇ ਗਏ, ਫੜ ਲਾਂਗੇ, ਓਏ ਉਹ ਸਾਨੂੰ ਬਚਾ ਲਓ। ਤੁਹਾਨੂੰ ਲੋੜ ਕੀ ਹੈ? ਬਚਾ ਲਓ ਨਹੀਂ, ਅਸੀਂ ਕਹਿੰਦੇ ਫੜੋ, ਕਾਰਵਾਈ ਕਰੋ, ਚੈਲੰਜ ਚੈਨਲ ਦੇ ਉੱਤੇ ਫੇਰ ਚੈਲੰਜ ਕਿ ਕਾਰਵਾਈ ਕਰਕੇ ਦਿਖਾਓ। ਅਸੀਂ ਬਚਾਓ ਨਹੀਂ ਕਰ ਰਹੇ, ਅਸੀਂ ਕਹਿੰਦੇ ਕਾਰਵਾਈ ਕਰਕੇ ਦਿਖਾਓ। ਦੇਖੋ ਕਹਿੰਦੇ ਡਾਇਨਾਸੌਰਸ ਵਾਪਸ ਆ ਸਕਦੇ ਆ, ਅਕਾਲੀ ਦਲ ਵਾਪਸ ਆਉਣਾ ਨਹੀਂ। ਚਲੋ ਬਹੁਤ ਬਹੁਤ ਧੰਨਵਾਦ। 10 ਸਾਲ ਪਹਿਲਾਂ ਵੀ ਸੀ, ਹੁਣ ਨਹੀਂ ਹੈ ਖੜਿਆਲ ਦਸ MLA ਉੱਧਰ ਰਹਿ ਗਏ, 10 MLA ਇੱਧਰ ਆ ਗਏ। ਚਲੋ ਪੰਜਾਬ ਲੋਕ ਕਾਂਗਰਸ ਦੀ ਪਾਰਟੀ ਹੈ, BJP ਦੀ ਐਗਜ਼ਿਸਟੈਂਸ ਚਲੋ बीजेपी ਦੀ ਐਗਜ਼ਿਸਟੈਂਸ ਉਨੀ ਹੈ ਜਿੰਨੀ ਮੋਦੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਸੁਣਦੇ। ਪੰਜਾਬ 'ਚ ਐਗਜ਼ਿਸਟੈਂਸ ਜ਼ੀਰੋ ਹੈ, ਪੰਜਾਬ 'ਚ ਵੜਨ ਨਹੀਂ ਦਿੱਤਾ ਜਾਂਦਾ। ਪੰਜਾਬ ਲੋਕ ਕਾਂਗਰਸ ਇਟਸ ਅ ਨੇਸੈਂਟ ਪਾਰਟੀ, ਇਟਸ ਅ ਬੇਬੀ ਪਾਰਟੀ, ਇਹਨਾਂ ਦੀ ਜਾਣ ਪਛਾਣ ਕੋਈ ਨਹੀਂ, 1 ਮਹੀਨੇ 'ਚ ਇਹਨਾਂ ਤੋਂ ਹੋਣਾ ਕੁਝ ਨਹੀਂ। ਆਮ ਆਦਮੀ ਪਾਰਟੀ ਦੇ 10 MLA ਇੱਧਰ ਆ ਗਏ, 10 ਉੱਧਰ ਰਹਿ ਗਏ, ਝਾੜੂ ਖੇਲੇ। ਆਪੇ ਨਹੀਂ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਦੀ। ਬਹੁਤ ਬਹੁਤ ਧੰਨਵਾਦ, ਬਹੁਤ ਧੰਨਵਾਦ, ਆਪੇ ਨਹੀਂ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਦੀ। ਬਹੁਤ ਧੰਨਵਾਦ, ਬਹੁਤ ਧੰਨਵਾਦ ਮਿਸਟਰ ਖੜਿਆਲ। ਰਵਿੰਦਰ ਸਿੰਘ ਤੁਹਾਡਾ ਬਹੁਤ ਧੰਨਵਾਦ। ਬਲੀਵਾਲ ਸਾਹਿਬ ਤੁਹਾਡਾ ਬਹੁਤ ਧੰਨਵਾਦ। ਠੀਕ ਹੈ ਕਲੇਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਕਿ ਚਟੋਪਾਧਿਆਏ ਜ਼ਰੀਏ ਨਵਾਂ ਅਧਿਆਇ ਲਿਖਿਆ ਜਾਵੇਗਾ। ਨਵੇਂ DGP ਦੀ ਕਿਹੜੀ ਡਿਊਟੀ ਹੈ, ਕਿਹੜੀ ਡਿਊਟੀ ਹੈ ਜਿਹੜੀ ਨਿਭਾਈ ਜਾਊਗੀ, ਜਿਹੜੀ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦੇ ਦੇਵੇਗੀ? ਪੰਜਾਬ ਦੇ ਲੋਕਾਂ ਲਈ ਇਹ ਫੈਸਲਾ, ਜਾਂ ਇਸ ਨੂੰ ਸਿਆਸੀ ਚਸ਼ਮੇ ਨਾਲ ਦੇਖਿਆ ਜਾਵੇ ਸਿਰਫ, ਜਾਂ ਸਿਰਫ ਇਸ ਨੂੰ ਸਟੂਡੀਓ ਡਿਬੇਟ ਤੱਕ ਹੀ ਸੀਮਤ ਰੱਖਿਆ ਜਾਵੇ, ਇਸ ਤੋਂ ਇਲਾਵਾ ਕੁਝ ਨਹੀਂ, ਜਾਂ ਤੁਹਾਨੂੰ ਇੱਕ ਮੁੱਦਾ ਦਿੱਤਾ ਜਾ ਰਿਹਾ ਕਿ ਤੁਸੀਂ ਬਾਕੀ ਮੁੱਦੇ ਭੁੱਲ ਜਾਓ, ਸਿਰਫ DGP ਦੀ ਗੱਲ ਕਰੋ? ਇਹ ਸਾਰੇ ਸਵਾਲ ਤੁਹਾਡੇ ਅੱਗੇ ਪਏ ਆ। ਜੋ ਤੁਸੀਂ ਵੋਟਾਂ ਪਾਣੀਆਂ, ਵਾਰ-ਵਾਰ ਕਹਿੰਦੇ ਇਸ ਮੰਚ ਤੋਂ, ਵੋਟਾਂ ਪਾਉਣ ਲੋਕੇ ਕੱਲੇ ਸਵਾਲ ਦਾ ਜਵਾਬ ਸਾਰਿਆਂ ਤੋਂ ਲਈਓ। ਸਾਰੀਆਂ ਪਾਰਟੀਆਂ ਨੇ ਕੀ ਕੀਤਾ, ਕਿਹੜਾ ਮਾਡਲ ਤੁਹਾਡੇ ਅੱਗੇ ਰੱਖਿਆ, ਸਾਰੇ ਮਾਡਲ ਤੇ ਸਵਾਲ ਪੁੱਛਿਓ, ਫਿਰ ਵੋਟ ਪਾਈਓ। ਨਹੀਂ ਤਾਂ ਫਿਰ ਇਹ ਆਪਦਾ ਮਾਡਲ ਲੈ ਕੇ ਆਉਣਗੇ ਤੇ ਫਿਰ ਮੈਨੂੰ ਤੁਸੀਂ ਕਹੋਗੇ ਸਵਾਲ ਕਿਉਂ ਨਹੀਂ ਪੁੱਛਦਾ। ਮੈਂ ਤਾਂ ਪੁੱਛੂੰਗਾ, ਪੁੱਛਦਾ ਰਹੂੰਗਾ। ਬਹੁਤ ਧੰਨਵਾਦ।